ਜਗਤਾਰ ਸਿੰਘ ਹਵਾਰਾ ਜੀ ਨੇ ਕੌਮ ਨੂੰ ਇੱਕੋ ਮੈਸੇਜ ਦਿੱਤਾ ਹੈ ਕਿ ਤੁਸੀਂ ਆਪਣੀ ਅਪੀਲ ਕਰਦੇ ਹੋਏ ਕਿਹਾ ਹੈ ਕਿ ਹਰੇਕ ਵਰਗ ਦੇ ਲੋਕ ਜਿਨ੍ਹਾਂ ਨੇ ਚੰਬੇ ਦੀ ਧਰਤੀ ਤੇ 10 ਲੱਖ ਤੋਂ ਵੱਧ ਇਕੱਠ ਕਰਕੇ ਉਹਨਾਂ ਨੂੰ ਜਗਤਾਰ ਸਿੰਘ ਹਵਾਰਾ ਜਥੇਦਾਰ ਸਾਹਿਬ ਦਾ ਜਿਹੜਾ ਦਰਜਾ ਦਿੱਤਾ ਸੀਗਾ, ਉਸ ਜਥੇਦਾਰ ਨੇ ਆਪਣੀ ਜੇਲ੍ਹ ਦੇ ਵਿੱਚੋਂ ਸੰਗਤ ਨੂੰ ਅਪੀਲ ਕੀਤੀ ਹੈ ਕਿ ਤੁਸੀਂ 15 ਅਗਸਤ ਨੂੰ ਜਿਹੜੇ ਇਨਸਾਫ ਪ੍ਰਤੀ ਲੋਕ ਨੇ ਜਿਨ੍ਹਾਂ ਨੇ ਇਸ ਜਿਹੜਾ ਮੋਰਚਾ ਲੱਗਾ ਹੋਇਆ, ਜਿਨ੍ਹਾਂ ਦੀਆਂ ਮੰਗਾਂ ਉੱਤੇ ਜਿਹੜੀਆਂ ਮੰਗਾਂ ਨੇ ਉਹਨਾਂ ਉੱਤੇ ਪਹੁੰਚਣ ਦੀ ਕਿਰਪਾਲਤਾ ਕੀਤੀ ਜਾਵੇ, ਤਾਂ ਕਿ ਇੱਕ ਪੰਜਾਬ ਦੇ ਲੋਕਾਂ ਨੂੰ ਅਤੇ ਸਰਕਾਰਾਂ ਨੂੰ ਪਤਾ ਲੱਗੇ ਕਿ ਪੰਜਾਬ ਦੇ ਵਿੱਚ ਜੋ ਵਾਪਰ ਰਿਹਾ ਹੈ, ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਵਾਪਰ ਰਿਹਾ, ਜੋ ਵੱਧ ਤੋਂ ਵੱਧ ਬੇਦਬੀਆਂ ਕਰ ਰਹੇ ਨੇ, 315 ਤੋਂ ਵੱਧ ਵਾਰੀ ਬੇਦਬੀ ਹੋ ਚੁੱਕੀ ਪਿਛਲੇ 8 ਸਾਲਾਂ ਤੋਂ, ਉਹਦੇ ਖਿਲਾਫ ਅਸੀਂ ਇਨਸਾਫ ਲੈ ਸਕੀਏ ਅਤੇ ਬੰਦੀ ਸਿੰਘਾਂ ਨੂੰ ਜਿਹੜੇ 32 ਸਾਲ ਤੋਂ ਜੇਲ੍ਹਾਂ 'ਚ ਬੈਠੇ ਨੇ ਉਹਨਾਂ ਨੂੰ ਅਸੀਂ ਇਨਸਾਫ ਦਿਵਾ ਸਕੀਏ ਅਤੇ ਉਹਨਾਂ ਨੂੰ ਜੇਲ੍ਹਾਂ 'ਚੋਂ ਬਾਹਰ ਲੈ ਕੇ ਆ ਸਕੀਏ। 2005 ਦਾ ਕੇਸ ਹੈ ਜੋ 10 ਤਰੀਕ ਨੂੰ ਪੇਸ਼ੀ ਹੈ ਜਿਸ ਦੇ ਵਿੱਚ ਉਹ ਤੁਸੀਂ ਦੇਖ ਸਕਦੇ ਹੋ ਕਿ ਹਜੇ ਤੱਕ ਉਹਦੇ 'ਚ ਚਾਰਜਿਸ ਫਰੇਮ ਤੱਕ ਨਹੀਂ ਹੋਏ। ਹਜੇ ਤੱਕ ਸਾਨੂੰ ਇੱਕ ਵੀ ਕੇਸ ਐਸਾ ਨਹੀਂ ਦਿਸਿਆ ਪੰਜਾਬ ਦੇ ਵਿੱਚ ਜਾਂ ਆਲ ਓਵਰ ਇੰਡੀਆ ਦੇ ਵਿੱਚ, ਤੁਸੀਂ ਸੰਵਿਧਾਨ 'ਚ ਦੇਖ ਸਕਦੇ ਹੋ ਕਿ ਹਲੇ ਤੱਕ ਇੱਕ ਕੇਸ ਨਹੀਂ ਹੈਗਾ ਜਿਹਦੇ 'ਚ ਇੰਨਾ ਚਿਰ ਚਾਰਜਿਸ ਫਰੇਮ ਨਾ ਕੀਤੇ ਗਏ ਹੋਣ। ਪਰ ਸਟਿਲ ਇਹ ਤੁਹਾਡੇ ਸਾਹਮਣੇ ਇੱਕ ਐਗਜ਼ਾਮਪਲ ਹੈ ਕਿ ਉਹਨਾਂ ਨੂੰ ਸਿਰਫ ਅੰਦਰ ਰੱਖਣ ਦੇ ਲਈ ਹੀ ਉਹਨਾਂ ਦੇ ਕੇਸ ਹੀ ਨਹੀਂ ਸ਼ੁਰੂ ਕੀਤੇ ਜਾ ਰਹੇ, ਕਿਉਂਕਿ ਇਹਨਾਂ ਨੂੰ ਪਤਾ ਹੈ ਜੇ ਕੇਸ ਸ਼ੁਰੂ ਹੋ ਗਏ ਜਾਂ ਤਾਂ ਉਹਨਾਂ 'ਤੇ ਇਹਨਾਂ ਦੀ ਸਜ਼ਾ ਹੋਊਗੀ, ਉਹ ਸਜ਼ਾ ਪੂਰੀ ਕਰ ਚੁੱਕੇ ਨੇ, ਜਾਂ ਫਿਰ ਜਿਹੜਾ ਟ੍ਰਾਇਲ ਜਿੰਨਾ ਚਿਰ ਚੱਲ ਪਿਆ ਤਾਂ ਉਹਨਾਂ ਨੂੰ ਪਰੋਲ ਦੀ ਇਹਨਾਂ ਨੂੰ ਪਰਮਿਸ਼ਨ ਮਿਲ ਸਕਦੀ ਹੈ। ਸੋ ਇਸ ਕਰਕੇ ਇਹਨਾਂ ਨੂੰ ਬਾਹਰ ਨਾ ਲਿਆਉਣ ਦੇ ਖਾਤਰ ਹੀ ਇਹਨਾਂ ਨੂੰ ਅੰਦਰ ਰੱਖਿਆ ਜਾ ਰਿਹਾ। ਜੇ ਤੁਸੀਂ ਮੰਨਦੇ ਹੋ ਉਦੋਂ 10 ਲੱਖ ਦੇ ਲੋਕ ਜਿਹੜਾ ਇਕੱਠਾ ਹੋਇਆ ਸੀ, ਤੁਸੀਂ ਵਾਕਈ ਜਥੇਦਾਰ ਨੂੰ ਜਥੇਦਾਰ ਮੰਨਦੇ ਹੋ ਤਾਂ 15 ਅਗਸਤ ਨੂੰ ਮੁਹਾਲੀ ਵਿਖੇ YPS ਚੌਂਕ ਵਿੱਚ ਜਿਹੜਾ ਮੋਰਚਾ ਲੱਗਾ ਹੋਇਆ ਉੱਥੇ ਪਹੁੰਚਣ ਦੀ ਕਿਰਪਾਲਤਾ ਕੀਤੀ ਜਾਵੇ ਔਰ ਇੱਕ ਰੋਸ ਮਾਰਚ ਕੱਢਿਆ ਜਾਵੇ ਔਰ ਸ਼ਾਂਤੀਪੂਰਨ ਰੋਸ ਮਾਰਚ ਕੱਢਿਆ ਜਾਊਗਾ। ਜਿਹੜੀਆਂ ਗੁੰਗੀਆਂ ਤੇ ਅੰਨੀਆਂ ਸਰਕਾਰਾਂ ਇਸ ਟਾਈਮ ਅੱਖਾਂ 'ਤੇ ਪੱਟੀਆਂ ਬੰਨ੍ਹ ਕੇ ਬੈਠੀਆਂ ਨੇ, ਇਹ ਉਹੀ ਸਰਕਾਰਾਂ ਨੇ ਜਿਹੜੀਆਂ ਲੋਕਾਂ ਨੂੰ ਜਾ ਕੇ ਕਹਿੰਦੀਆਂ ਹੁੰਦੀਆਂ ਸੀ ਕਿ ਲੋਕ ਧਰਨਾ ਲਾਉਂਦੇ ਹੀ ਕਿਉਂ ਨੇ। ਇਹਨਾਂ ਨੂੰ ਧਰਨੇ ਲਾਉਣ ਦੀ ਲੋੜ ਹੀ ਨਹੀਂ ਕਿ ਜੇ ਮੰਤਰੀ ਇਹਨਾਂ 'ਚ ਬੈਠ ਕੇ ਗੱਲ ਕਰਨ। ਇਹਨਾਂ ਜਦੋਂ ਧਰਨੇ ਲੱਗਦੇ ਤਾਂ ਸਰਕਾਰਾਂ ਦੀ ਜਿਹੜੇ ਨੁਮਾਇੰਦੇ ਨੇ ਉਹਨਾਂ ਦੀਆਂ ਫਰਜ਼ ਬਣਦਾ ਕਿ ਧਰਨਿਆਂ 'ਚ ਜਾ ਕੇ ਬਹਿ ਕੇ ਉਹਨਾਂ ਦੀ ਗੱਲਾਂ ਸੁਣਨ, ਪਰ ਅੱਜ ਭਗਵੰਤ ਮਾਨ ਨੂੰ 7 ਮਹੀਨਿਆਂ ਤੋਂ ਧਰਨਾ ਨਹੀਂ ਦੇਖ ਰਿਹਾ। ਜੇ ਗੱਲ ਕਰ ਲਈਏ ਇੰਡੀਆ ਵਿੱਚ ਬਹੁਤਾਤ ਹਿੱਸਾ ਜਿਹੜਾ ਆ ਉਹ ਜਸ਼ਨ ਮਨਾ ਰਿਹਾ ਹੋਣਾ ਆਜ਼ਾਦੀ ਦਾ, ਵਿਦੇਸ਼ ਆਜ਼ਾਦ ਹੋਇਆ ਵਾ, ਪਰ ਸਿੱਖ ਖਾਸ ਕਰਕੇ ਪੰਜਾਬੀ ਸਿੱਖਾਂ ਜਾਂ ਸਿੱਖਾਂ ਦੀ ਗੱਲ ਕਰ ਲਈਏ, ਇਹਨਾਂ ਵੱਲੋਂ ਬਲੈਕ ਡੇ ਮਨਾਉਣ ਦੀ ਜਿਹੜੀ ਆ ਅਪੀਲ ਕੀਤੀ ਜਾ ਰਹੀ ਹੈ। ਕਿਉਂ ਬਲੈਕ ਡੇ ਮਨਾਉਣ ਦੀ ਜਿਹੜੀ ਅਪੀਲ ਕੀਤੀ ਜਾ ਰਹੀ ਹੈ, ਕੀ ਕਾਰਨ ਲੱਗਦਾ? ਪਿਛਲੇ ਦਿਨੀ ਵਿੱਚ ਜਦੋਂ NSA ਲੱਗੀ ਹੈ ਉਹਦੇ ਵਿੱਚ ਨਾ ਕੋਈ ਕਤਲੇਆਮ ਹੋਇਆ ਸੀਗਾ, ਨਾ ਕੋਈ ਐਸਾ ਬਲਾਤਕਾਰ ਦਾ ਕੋਈ ਕੇਸ ਆਇਆ ਸੀਗਾ, ਨਾ ਕੋਈ ਛੇੜਖਾਨੀ ਦਾ ਕੇਸ ਆਇਆ ਸੀਗਾ। ਉੱਥੇ ਸਿਰਫ ਇੱਕ ਇਨਸਾਨ ਜਿਹੜਾ ਧਰਮ ਨੂੰ ਆਪਦਾ ਬਚਾਅ ਵਾਸਤੇ ਇੱਕ ਪ੍ਰਚਾਰ ਕਰ ਰਹੇ ਸੀਗੇ ਔਰ ਉਹਨਾਂ ਨੇ ਜਿਹੜਾ ਨਸ਼ਾ ਛਡਾਓ ਕੇ ਲੋਕਾਂ ਨੂੰ ਸਿੱਧੇ ਰਾਹ ਪਾਇਆ ਸੀਗਾ, ਉਹਨਾਂ ਤੇ NSA ਲੱਗੀ। ਔਰ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਮਣੀਪੁਰ ਦੇ ਵਿੱਚ ਕੀ ਘਟਨਾ, ਜਿੱਥੇ BJP ਸਰਕਾਰ ਹੈ, ਇਹ ਕੀ ਘਟਨਾ ਵਾਪਰੀ ਹੈ। ਉੱਥੇ ਤੱਕ ਤੁਸੀਂ ਦੇਖੋ ਕਿ ਉੱਥੇ NSA ਦੀ ਗੱਲ ਤੱਕ ਨਹੀਂ ਹੋਈ, ਉੱਥੇ ਅਰੈਸਟ ਤੱਕ ਨਹੀਂ ਹੋ ਰਹੀਆਂ ਚੰਗੀ ਤਰ੍ਹਾਂ। ਜਿੱਥੇ ਲੋਕਾਂ ਨੂੰ ਵਾਕਈ ਤੁਸੀਂ ਨਜ਼ਰਬੰਦ ਕਰਨਾ ਚਾਹੁੰਦੇ ਉੱਥੇ ਤੁਸੀਂ ਕਰ ਨਹੀਂ ਰਹੇ। ਔਰ ਦੂਜੇ ਥਾਂ 'ਤੇ ਜਿਹੜਾ ਪ੍ਰਚਾਰ ਕਰ ਰਿਹਾ, ਚੰਗਾ ਪ੍ਰਚਾਰ ਕਰ ਰਿਹਾ, ਲੋਕਾਂ ਨੂੰ ਨਸ਼ੇ 'ਚੋਂ ਕੱਢ ਕੇ ਆਪਣੇ ਚੰਗੇ ਰਾਹ ਤੱਕ ਲਾ ਰਿਹਾ ਸੀਗਾ, ਉਹਨਾਂ ਨੂੰ ਤੁਸੀਂ ਚੱਕ ਕੇ ਤੇ NSA ਲਾ ਕੇ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹਾਂ ਵਿੱਚ ਸੁੱਟੇ ਹੋ। ਪਾਕਿਸਤਾਨ ਦੀ ਵੰਡ ਹੋਈ ਆ 1947 ਦੇ ਵਿੱਚ, ਜਿਹੜੀਆਂ ਚੰਗੀਆਂ ਜ਼ਮੀਨਾਂ ਸੀ ਲੋਕਾਂ ਦੀਆਂ, ਜਿਨ੍ਹਾਂ ਕੋਲੇ 100 ਕਿੱਲਾ ਸੀਗਾ ਜ਼ਮੀਨ ਦਾ, ਉਹਨਾਂ ਨੂੰ 20-25 ਕਿੱਲੇ ਮਿਲੇ ਇੱਥੇ ਆਣ ਕੇ। ਇੱਕ 25 ਕਿੱਲੇ ਦੇ ਮਿਲ ਦੇ ਬਾਵਜੂਦ ਉਹ ਲੋਕ ਫਿਰ ਆਣ ਕੇ ਪੈਰਾਂ ਦੇ ਥੱਲੇ ਸੁੱਟ ਕੇ ਉਹਨਾਂ ਨੂੰ ਫਿਰ ਉਹ ਪੈਰਾਂ 'ਤੇ ਖੜੇ ਹੋਏ ਨੇ। ਸੋ ਉਹਨਾਂ ਲੋਕਾਂ ਵਾਸਤੇ ਹੀ ਇਹ ਬਲੈਕ ਡੇ ਆ, ਕਿਉਂਕਿ ਉਹਨਾਂ ਨੂੰ ਅਜੇ ਤੱਕ ਆਪਣੇ ਹੱਕ ਹੀ ਨਹੀਂ ਮਿਲ ਰਹੇ। ਸਭ ਤੋਂ ਵੱਡੀ ਗੱਲ ਹੈ, ਜੇ ਸਰਕਾਰਾਂ ਨੂੰ ਚਾਹੀਦਾ ਤਾਂ ਇਹ ਹੈ ਕਿ ਇਹਨਾਂ ਨੂੰ ਮਿਲ ਜੁਲ ਕੇ ਕਿਹੜੇ ਹਿਸਾਬ ਨਾਲ ਰਹਿਣਗੇ ਉਸ ਹਿਸਾਬ ਨਾਲ ਉਹਦਾ ਸੰਵਿਧਾਨ ਉਸ ਹਿਸਾਬ ਨਾਲ ਬਣਾਇਆ ਜਾਵੇ, ਉਸ ਹਿਸਾਬ ਨਾਲ ਕਾਨੂੰਨ ਦੇ ਉੱਤੇ ਅੱਖ ਰੱਖੀ ਜਾਵੇ ਔਰ ਉਹਨਾਂ ਨੂੰ ਉਸ ਹਿਸਾਬ ਨਾਲ ਚਲਾਇਆ ਜਾਵੇ ਤਾਂ ਕਿ ਦੇਸ਼ ਦੇ ਵਿੱਚ ਸ਼ਾਂਤੀ ਬਣੀ ਰਹੇ। ਪਰ ਇੱਥੇ ਤੁਹਾਨੂੰ ਤੁਹਾਡੇ ਸਾਹਮਣੇ ਲੀਡਰਸ, ਐਸੇ ਲੀਡਰ ਜੇ ਆਪਾਂ ਦੇਖਦੇ ਹਾਂ ਸ਼ਰੇਆਮ ਗੱਲਾਂ ਕਰਦੇ ਨੇ। ਕੁਝ ਬਾਬੇ ਜਿਹੜੇ ਢੋਂਗੀ ਬਾਬੇ ਬਣ ਕੇ ਬੈਠ ਗਏ ਆ, ਉਹ ਸ਼ਰੇਆਮ ਗੱਲਾਂ ਕਰਦੇ, ਇੱਥੇ ਹਿੰਦੂ ਰਾਸ਼ਟਰ ਦੀਆਂ ਗੱਲਾਂ ਕਰਨ ਲੱਗ ਪੈਂਦੇ ਨੇ ਕਿ ਹਿੰਦੂ ਰਾਸ਼ਟਰ ਹੋਣਾ ਚਾਹੀਦਾ, ਮੁਸਲਿਮਸ ਨੂੰ ਬਾਹਰ ਕੱਢ ਕੇ ਸੁੱਟ ਦਿਓ, ਸਿੱਖਾਂ ਦੀ ਗੱਲ ਵੱਖਰੀ ਕਰਨ ਲੱਗ ਪਓ। ਦੂਜੇ ਨੇ ਕੈਦੀ ਨੇ ਜੇਲ੍ਹਾਂ 'ਚ, ਉਹਨਾਂ ਨੂੰ ਪਰੋਲ ਕਿਸੇ ਵੀ ਟਾਈਮ ਔਰ ਕਿਸੇ ਵੀ ਰੀਜ਼ਨ ਕਰਕੇ ਮਿਲ ਸਕਦੀ ਹੈ। ਦੇਖੋ, ਇੱਕ ਬੰਦੇ ਨੂੰ ਕਢਾਉਣ ਵਾਸਤੇ ਉਹਨਾਂ ਨੇ ਕਾਨੂੰਨ ਹੀ ਚੇਂਜ ਕਰਤਾ, ਉਹਨੂੰ ਬਾਹਰ ਕਢਾਉਣ ਵਾਸਤੇ। ਰਾਮ ਰਹੀਮ ਦੇ ਲਈ ਹੀ ਖਾਸ ਕਰਕੇ ਉਹ ਚੇਂਜ ਹੋਇਆ ਸੀਗਾ, ਕਿਉਂਕਿ ਉਸ ਤੋਂ ਪਹਿਲਾਂ ਉਹਦੀ ਪਰੋਲ ਨਹੀਂ ਹੋ ਰਹੀ ਸੀਗੀ। ਇੱਕ ਬੰਦੇ ਕਰਕੇ ਉਹਨਾਂ ਨੇ ਸਾਰਾ ਕਾਨੂੰਨ ਚੇਂਜ ਕਰਤਾ। ਜਿੱਥੋਂ ਤੱਕ ਨੇ ਇੱਕ ਬਲਾਤਕਾਰੀ ਆ, ਜਿਹੜਾ ਰੇਪਿਸਟ ਬੰਦਾ ਜਿਹਦੇ ਖਿਲਾਫ ਮਰਡਰ ਦੇ ਕੇਸਿਸ ਨੇ, ਚਾਰਜਿਸ ਚੱਲ ਰਹੇ ਨੇ ਉਹਦੇ ਖਿਲਾਫ, ਔਰ ਉਹ ਇਹ ਬੰਦਾ ਉਹਨੂੰ ਬਾਹਰ ਕਢਾਉਣ ਵਾਸਤੇ ਸਰਕਾਰਾਂ ਕਿੱਥੋਂ ਤੱਕ ਡਿੱਗ ਸਕਦੀਆਂ ਨੇ। ਦੂਜੇ ਪਾਸੇ ਜਿਹੜੇ ਜਗਤਾਰ ਸਿੰਘ ਹਵਾਰਾ ਜੀ ਨੇ ਜਿਹੜਾ ਸਟੈਪ ਲਿਆ ਸੀਗਾ
ਜੇ ਕੋਈ ਵਾਕਈ ਹੀ ਇਨਸਾਨ ਉਸ ਬਾਰੇ ਸਟੱਡੀ ਕਰਦਾ ਤਾਂ ਉਹਨੂੰ ਪਤਾ ਲੱਗਦਾ ਕਿ ਉਹ ਸਟੈਪ ਕਿੰਨਾ ਜ਼ਰੂਰੀ ਸੀਗਾ। ਉਹ ਸਟੈਪ ਤੋਂ ਬਾਅਦ ਇੱਥੇ ਕਤਲੇਆਮ ਬੰਦ ਹੋ ਗਿਆ, ਲੋਕਾਂ ਦੇ ਪੁੱਤ ਬਚ ਗਏ, ਜਿਨ੍ਹਾਂ ਦੇ ਦਿਨ ਰਾਤ ਮਰਡਰ ਹੁੰਦੇ ਸੀ। ਕੋਈ ਸਿੱਖੀ ਸਰੂਪ 'ਚ ਹੁੰਦਾ ਸੀਗਾ, ਉਹਨੂੰ ਗੋਲੀ ਮਾਰ ਦਿੱਤੀ ਜਾਂਦੀ ਸੀਗੀ, ਉਹਨਾਂ ਦੇ ਕਤਲ ਹੋਣੋਂ ਬਚ ਗਏ। ਕਈਆਂ ਦੇ ਘਰਾਂ ਦੇ ਦੀਵੇ ਅਜੇ ਵੀ ਜਗਦੇ ਪਏ ਆ, ਜਿੰਨੀ ਤਾਂ ਉਦੋਂ ਬੁੱਝ ਗਏ ਸੀ। ਚਲੋ ਉਹਨਾਂ ਨੇ ਉਹ ਸਟੈਪ ਲਿਆ, ਉਹਦੀ ਸਜ਼ਾ ਵੀ ਪੂਰੀ ਕਰਤੀ। ਉਸ ਤੋਂ ਬਾਵਜੂਦ ਵੀ ਇਹਨਾਂ ਨੂੰ ਸ਼ਿਫਟ ਕਰਨ 'ਚ ਪ੍ਰੋਬਲਮ ਹੋ ਰਹੀ ਹੈ। ਸ਼ਿਫਟ ਕਰਨਾ ਛੱਡੋ, ਇਹ ਤਾਂ ਕੋਰਟ 'ਚ ਉਹਨਾਂ ਨੂੰ ਲੈ ਕੇ ਨਹੀਂ ਆ ਰਹੇ ਤਾਂ ਕਿ ਚਾਰਜਿਸ ਫਰੇਮ ਹੋ ਸਕਣ। ਜਿਵੇਂ 26 ਜਨਵਰੀ ਨੂੰ ਇੱਕ ਸ਼ਾਂਤੀਪੁਰ ਮਾਰਚ ਕੱਢਿਆ ਗਿਆ ਸੀ, ਉੱਦਾਂ ਹੀ ਇੱਕ 15 ਅਗਸਤ ਦਾ ਮਾਰਚ ਕੱਢਿਆ ਜਾਊਗਾ ਔਰ ਇੱਕ ਸਫਲ ਮਾਰਚ ਕੱਢਿਆ ਜਾਊਗਾ। ਤੇ ਉਹਦੇ ਵਿੱਚ ਕੋਈ ਮੰਗ ਪੱਤਰ ਵੀ ਦਿੱਤਾ ਜਾਊਗਾ ਜਾਂ ਗਵਰਨਰ ਨੂੰ ਮਿਲਣ ਦਾ ਪਲਾਨ ਵੀ ਰੱਖਿਆ ਹੋਇਆ? ਨਹੀਂ, ਉਹਦੇ 'ਚ ਮੰਗ ਪੱਤਰ ਨਹੀਂ ਦਿੱਤਾ ਜਾਊਗਾ ਕੋਈ ਵੀ। ਇਹ ਇੱਕ ਰੋਸ ਮਾਰਚ ਹੀ ਕੱਢਿਆ ਜਾਊਗਾ। ਸਿਰਫ ਇਹ ਲੋਕਾਂ ਨੂੰ ਇਹ ਇੱਕ ਇਕੱਤਰਤਾ ਦਿਖਾਈ ਜਾਊਗੀ, ਲੋਕਾਂ ਦੀ ਇਕੱਤਰਤਾ ਸਰਕਾਰਾਂ ਨੂੰ ਦਿਖਾਈ ਜਾਊਗੀ ਕਿ ਜੇ ਤੁਸੀਂ ਵਾਕਿਆ ਹੀ ਕੰਮ ਨਹੀਂ ਕਰੋਗੇ, ਜੇ ਇਸ ਜਿਹੜਾ ਧਰਨਾ ਲੱਗਾ ਹੋਇਆ ਉਹਨਾਂ ਦੇ ਨਾਲ ਗੱਲ ਨਹੀਂ ਕਰੋਗੇ ਤਾਂ ਇਹ ਇਸ ਤੋਂ ਵੱਡਾ ਮਾਰਚ ਅਤੇ ਲੋਕ ਜੁੜ ਕੇ ਚੰਡੀਗੜ੍ਹ ਦੀ ਬਰੂਹਾਂ ਤੇ ਆਣ ਕੇ ਬੈਠਣਗੇ। ਦੇਖੋ, ਇਹ ਇਕੁਐਲਿਟੀ ਦੇਣੀ ਸਰਕਾਰ ਦੀ ਮਤਲਬ ਮਨ ਦੀ ਸ਼ਰਧਾ ਹੋਣੀ ਚਾਹੀਦੀ ਪਹਿਲਾਂ ਤਾਂ। ਜੇ ਸਰਕਾਰ ਚਾਹੁੰਦੀ ਆ ਕਿ ਵਾਕਈ ਇਕੁਐਲਿਟੀ ਹੈਗੀ ਆ ਤਾਂ ਕਾਨੂੰਨੀ ਤੱਕ ਤਾਂ ਇਹ ਤਾਂ ਸਮਾਨਤਾ ਤਾਂ ਸਭ ਨੂੰ ਮਿਲਣੀ ਚਾਹੀਦੀ ਹੈ। ਇਕੁਐਲਿਟੀ, ਰਾਈਟ ਟੂ ਇਕੁਐਲਿਟੀ ਤਾਂ ਸਭ ਦੇ ਸੰਵਿਧਾਨ ਦੇ ਵਿੱਚ ਵੀ ਹੈਗਾ। ਸੋ ਇਹ ਤਾਂ ਡਿਪੈਂਡ ਔਨ ਦੀ ਗਵਰਨਮੈਂਟਸ ਨੇ, ਜੋ ਮੌਜੂਦਾ ਗਵਰਨਮੈਂਟ ਨੇ, ਉਹਨਾਂ ਨੂੰ ਇਹ ਚੀਜ਼ ਦਾ ਜੇ ਉਹਨਾਂ ਦੇ ਮਨ 'ਚ ਕੋਈ ਐਸਾ ਵਿਰੋਧ ਨਹੀਂ ਹੋਣਾ ਚਾਹੀਦਾ ਤਾਂ ਉਹਨਾਂ ਨੂੰ ਇਹਦੇ ਖਿਲਾਫ ਕੋਈ ਐਕਸ਼ਨ ਨਹੀਂ ਲੈਣਾ ਚਾਹੀਦਾ। 15 ਅਗਸਤ ਵਾਲੇ ਦਿਨ ਬਲੈਕ ਡੇ ਮਨਾਉਣ ਲਈ ਕੌਮੀ ਇਨਸਾਫ ਮੋਰਚੇ ਵੱਲੋਂ ਅੱਜ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਤੇ ਭਾਈ ਜਗਤਾਰ ਸਿੰਘ ਹਵਾਰਾ ਉਹਨਾਂ ਦੀ ਵੀ ਚਿੱਠੀ ਆਂਦੀ ਜਿਹਦੇ ਵਿੱਚ ਕੌਮ ਨੂੰ ਅਪੀਲ ਕੀਤੀ ਜਾਂਦੀ ਆ ਕੌਮੀ ਇਨਸਾਫ ਮੋਰਚੇ ਵਿੱਚ ਇਕੱਠੇ ਹੋਣ ਲਈ ਤੇ 15 ਤਰੀਕ ਨੂੰ ਜਿਹੜਾ ਮਾਰਚ ਕੌਮੀ ਇਨਸਾਫ ਮੋਰਚੇ ਵਿੱਚੋਂ ਲਿਖਿਆ ਗਿਆ ਆ ਉਹਦੇ ਵਿੱਚ ਸ਼ਮੂਲੀਅਤ ਕਰਨ ਲਈ। ਸਾਡੇ ਨਾਲ ਗੁਰਸ਼ਰਨ ਸਿੰਘ ਧਾਲੀਵਾਲ ਜੀ ਮੌਜੂਦ ਨੇ, ਜਿਹੜੇ ਜਗਤਾਰ ਸਿੰਘ ਹਵਾਰਾ ਉਹਨਾਂ ਦੇ ਮੁਲਾਕਾਤੀ ਵੀ ਨੇ ਤੇ ਕੇਸ ਵੀ ਜਿਹੜੇ ਉਹ ਦੇਖਦੇ ਨੇ। ਭਾਈ ਸਾਹਿਬ, ਚਿੱਠੀ ਦੇ ਜਿਹੜੀ ਆ ਉਹਦੇ ਵਿੱਚ ਕੀ ਮੈਂਸ਼ਨ ਕੀਤਾ ਗਿਆ ਜੀ? ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਪਿਛਲੇ ਵੀਰਵਾਰ ਮੈਂ ਇਹਨਾਂ ਨਾਲ ਮੁਲਾਕਾਤ ਕਰਕੇ ਆਇਆ, ਜਦੋਂ ਇਹ ਚਿੱਠੀ ਮਿਲੀ ਉਹਨਾਂ ਨੇ ਮੈਨੂੰ ਦਿੱਤੀ ਹੈ। ਜਗਤਾਰ ਸਿੰਘ ਹਵਾਰਾ ਜੀ ਨੇ ਕੌਮ ਨੂੰ ਇੱਕੋ ਮੈਸੇਜ ਦਿੱਤਾ ਹੈ ਕਿ ਤੁਸੀਂ ਆਪਣੀ ਅਪੀਲ ਕਰਦੇ ਹੋਏ ਕਿਹਾ ਹੈ ਕਿ ਹਰੇਕ ਵਰਗ ਦੇ ਲੋਕ, ਹਰੇਕ ਸੰਸਥਾ, ਹਰੇਕ ਛੋਟੇ ਤੋਂ ਛੋਟਾ, ਵੱਡੇ ਤੋਂ ਵੱਡਾ ਇਨਸਾਨ, ਉਹ ਇਨਸਾਨ ਜਿਨ੍ਹਾਂ ਨੇ ਚੰਬੇ ਦੀ ਧਰਤੀ ਤੇ 10 ਲੱਖ ਤੋਂ ਵੱਧ ਇਕੱਠ ਕਰਕੇ ਉਹਨਾਂ ਨੂੰ ਜਗਤਾਰ ਸਿੰਘ ਹਵਾਰਾ ਜਥੇਦਾਰ ਸਾਹਿਬ ਦਾ ਜਿਹੜਾ ਦਰਜਾ ਦਿੱਤਾ ਸੀਗਾ, ਜਿਨ੍ਹਾਂ ਨੂੰ ਉਹਨਾਂ ਨੇ ਬਿਨਾਂ ਕਹੇ ਤੇ ਉਹਨਾਂ ਨੂੰ ਦਰਜਾ ਦਿੱਤਾ ਗਿਆ ਸੀ, ਜਿਨ੍ਹਾਂ ਤੇ ਉਹਨਾਂ ਦੀ ਆਪੱਤੀ ਵੀ ਸੀਗੀ ਕਿ ਮੈਨੂੰ ਜਥੇਦਾਰ ਦਾ ਦਰਜਾ ਨਾ ਦਿੱਤਾ ਜਾਵੇ, ਫਿਰ ਵੀ ਕੌਮ ਨੇ ਮਿਲ ਕੇ ਔਰ 15 ਤੋਂ 20 ਮਿੰਟ ਲਗਾਤਾਰ ਕਾਰੇ ਲਾਉਂਦੇ ਹੋਏ ਉਹਨਾਂ ਨੂੰ ਦਰਜਾ ਦਿੱਤਾ ਗਿਆ। ਉਸ ਜਥੇਦਾਰ ਨੇ ਆਪਣੀ ਜੇਲ੍ਹ ਦੇ ਵਿੱਚੋਂ ਸੰਗਤ ਨੂੰ ਅਪੀਲ ਕੀਤੀ ਹੈ ਕਿ ਤੁਸੀਂ 15 ਅਗਸਤ ਨੂੰ ਜਿਹੜੇ ਇਨਸਾਫ ਪ੍ਰਤੀ ਲੋਕ ਨੇ, ਜਿਨ੍ਹਾਂ ਨੇ ਇਸ ਜਿਹੜਾ ਮੋਰਚਾ ਲੱਗਾ ਹੋਇਆ, ਜਿਨ੍ਹਾਂ ਦੀਆਂ ਮੰਗਾਂ ਉੱਤੇ ਜਿਹੜੀਆਂ ਮੰਗਾਂ ਨੇ ਉਹਨਾਂ ਉੱਤੇ ਪਹੁੰਚਣ ਦੀ ਕਿਰਪਾਲਤਾ ਕੀਤੀ ਜਾਵੇ, ਤਾਂ ਕਿ ਇੱਕ ਪੰਜਾਬ ਦੇ ਲੋਕਾਂ ਨੂੰ ਅਤੇ ਸਰਕਾਰਾਂ ਨੂੰ ਪਤਾ ਲੱਗੇ ਕਿ ਪੰਜਾਬ ਦੇ ਵਿੱਚ ਜੋ ਵਾਪਰ ਰਿਹਾ ਹੈ, ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਵਾਪਰ ਰਿਹਾ, ਜੋ ਵੱਧ ਤੋਂ ਵੱਧ ਬੇਦਬੀਆਂ ਕਰ ਰਹੇ ਨੇ, 315 ਤੋਂ ਵੱਧ ਵਾਰੀ ਬੇਦਬੀ ਹੋ ਚੁੱਕੀ ਪਿਛਲੇ 8 ਸਾਲਾਂ ਤੋਂ, ਉਹਦੇ ਖਿਲਾਫ ਅਸੀਂ ਇਨਸਾਫ ਲੈ ਸਕੀਏ ਅਤੇ ਬੰਦੀ ਸਿੰਘਾਂ ਨੂੰ ਜਿਹੜੇ 32 ਸਾਲ ਤੋਂ ਜੇਲ੍ਹਾਂ 'ਚ ਬੈਠੇ ਨੇ ਉਹਨਾਂ ਨੂੰ ਅਸੀਂ ਇਨਸਾਫ ਦਿਵਾ ਸਕੀਏ ਤੇ ਉਹਨਾਂ ਨੂੰ ਜੇਲ੍ਹਾਂ 'ਚੋਂ ਬਾਹਰ ਲੈ ਕੇ ਆ ਸਕੀਏ। ਤੁਸੀਂ ਦੇਖ ਸਕਦੇ ਹੋ ਕਿ ਪਿਛਲੇ 2005 ਦਾ ਕੇਸ ਹੈ ਜੋ 10 ਤਰੀਕ ਨੂੰ ਪੇਸ਼ੀ ਹੈ ਜਿਸ ਦੇ ਵਿੱਚ ਉਹ ਤੁਸੀਂ ਦੇਖ ਸਕਦੇ ਹੋ ਕਿ ਹਜੇ ਤੱਕ ਉਹਦੇ 'ਚ ਚਾਰਜਿਸ ਫਰੇਮ ਤੱਕ ਨਹੀਂ ਹੋਏ। ਹਜੇ ਤੱਕ ਸਾਨੂੰ ਇੱਕ ਵੀ ਕੇਸ ਐਸਾ ਨਹੀਂ ਦਿਸਿਆ ਪੰਜਾਬ ਦੇ ਵਿੱਚ ਜਾਂ ਆਲ ਓਵਰ ਇੰਡੀਆ ਦੇ ਵਿੱਚ, ਤੁਸੀਂ ਸੰਵਿਧਾਨ 'ਚ ਦੇਖ ਸਕਦੇ ਹੋ ਕਿ ਹਲੇ ਤੱਕ ਇੱਕ ਕੇਸ ਨਹੀਂ ਹੈਗਾ ਜਿਹਦੇ 'ਚ ਇੰਨਾ ਚਿਰ ਚਾਰਜਿਸ ਫਰੇਮ ਨਾ ਕੀਤੇ ਗਏ ਹੋਣ। ਪਰ ਸਟਿਲ ਇਹ ਤੁਹਾਡੇ ਸਾਹਮਣੇ ਇੱਕ ਐਗਜ਼ਾਮਪਲ ਹੈ ਕਿ ਉਹਨਾਂ ਨੂੰ ਸਿਰਫ ਅੰਦਰ ਰੱਖਣ ਦੇ ਲਈ ਹੀ ਉਹਨਾਂ ਦੇ ਕੇਸ ਹੀ ਨਹੀਂ ਸ਼ੁਰੂ ਕੀਤੇ ਜਾ ਰਹੇ, ਕਿਉਂਕਿ ਇਹਨਾਂ ਨੂੰ ਪਤਾ ਹੈ ਜੇ ਕੇਸ ਸ਼ੁਰੂ ਹੋ ਗਏ ਜਾਂ ਤਾਂ ਉਹਨਾਂ 'ਤੇ ਇਹਨਾਂ ਦੀ ਸਜ਼ਾ ਹੋਊਗੀ, ਉਹ ਸਜ਼ਾ ਪੂਰੀ ਕਰ ਚੁੱਕੇ ਨੇ, ਜਾਂ ਫਿਰ ਜਿਹੜਾ ਟ੍ਰਾਇਲ ਜਿੰਨਾ ਚਿਰ ਚੱਲ ਪਿਆ ਤਾਂ ਉਹਨਾਂ ਨੂੰ ਪਰੋਲ ਦੀ ਇਹਨਾਂ ਨੂੰ ਪਰਮਿਸ਼ਨ ਮਿਲ ਸਕਦੀ ਹੈ। ਸੋ ਇਸ ਕਰਕੇ ਉਹਨਾਂ ਨੂੰ ਬਾਹਰ ਨਾ ਲਿਆਉਣ ਦੇ ਖਾਤਰ ਹੀ ਇਹਨਾਂ ਨੂੰ ਅੰਦਰ ਰੱਖਿਆ ਜਾ ਰਿਹਾ। ਸੋ ਮੇਰੀ ਅਪੀਲ ਹੈ ਸੰਗਤ ਨੂੰ ਕਿ ਜੇ ਆਪਾਂ ਜਗਤਾਰ ਸਿੰਘ ਹਵਾਰਾ ਜੀ ਨੂੰ ਵਾਕਈ ਜਥੇਦਾਰ ਮੰਨਦੇ ਹਾਂ, ਜੇ ਤੁਸੀਂ ਮੰਨਦੇ ਹੋ ਉਸ ਦਿਨ 10 ਲੱਖ ਦੇ ਲੋਕ ਜਿਹੜਾ ਇਕੱਠਾ ਹੋਇਆ ਸੀ, ਤੁਸੀਂ ਵਾਕਈ ਜਥੇਦਾਰ ਨੂੰ ਜਥੇਦਾਰ ਮੰਨਦੇ ਹੋ ਤਾਂ 15 ਅਗਸਤ ਨੂੰ ਮੁਹਾਲੀ ਵਿਖੇ YPS ਚੌਂਕ ਵਿੱਚ ਜਿਹੜਾ ਮੋਰਚਾ ਲੱਗਾ ਆ ਉੱਥੇ ਪਹੁੰਚਣ ਦੀ ਕਿਰਪਾਲਤਾ ਕੀਤੀ ਜਾਵੇ ਔਰ ਇੱਕ ਰੋਸ ਮਾਰਚ ਕੱਢਿਆ ਜਾਵੇ ਔਰ ਸ਼ਾਂਤੀਪੁਰ ਰੋਸ ਮਾਰਚ ਕੱਢਿਆ ਜਾਊਗਾ, ਜਿਵੇਂ ਕਿ 26 ਜਨਵਰੀ ਨੂੰ ਕੱਢਿਆ ਗਿਆ ਸੀਗਾ, ਜਿਹੜਾ ਸਭ ਤੋਂ ਵੱਡੇ ਇਕੱਠ ਮੁਹਾਲੀ ਦੇ ਵਿੱਚ ਪਹਿਲਾ ਵਾਰੀ ਹੋਇਆ ਸੀਗਾ। ਇਸ ਵਾਰੀ ਉਮੀਦ ਹੈ ਕਿ ਉਸ ਤੋਂ ਵੱਡਾ ਇਕੱਠ ਮੁਹਾਲੀ ਦੇ ਵਿੱਚ ਹੋਊਗਾ ਔਰ ਇਹ ਰੋਸ ਮਾਰਚ ਜਿਹੜੀਆਂ ਗੁੰਗੀਆਂ ਤੇ ਅੰਨੀਆਂ ਸਰਕਾਰਾਂ ਇਸ ਟਾਈਮ ਅੱਖਾਂ 'ਤੇ ਪੱਟੀਆਂ ਬੰਨ੍ਹ ਕੇ ਬੈਠੀਆਂ ਨੇ, ਇਹ ਉਹੀ ਸਰਕਾਰਾਂ ਨੇ ਜਿਹੜੀਆਂ ਲੋਕਾਂ ਨੂੰ ਕਿਹਾ ਕਿ ਕਹਿੰਦੀਆਂ ਹੁੰਦੀਆਂ ਸੀ ਕਿ ਲੋਕ ਧਰਨਾ ਲਾਉਂਦੇ ਹੀ ਕਿਉਂ ਨੇ।
ਇਹਨਾਂ ਨੂੰ ਧਰਨੇ ਲਾਉਣ ਦੀ ਲੋੜ ਹੀ ਨਹੀਂ ਕਿ ਜੇ ਮੰਤਰੀ ਇਹਨਾਂ 'ਚ ਬੈਠ ਕੇ ਗੱਲ ਕਰਨ। ਇਹਨਾਂ ਜਦੋਂ ਧਰਨੇ ਲੱਗਦੇ ਤਾਂ ਸਰਕਾਰਾਂ ਦੀ ਜਿਹੜੇ ਨੁਮਾਇੰਦੇ ਨੇ ਉਹਨਾਂ ਦੀਆਂ ਫਰਜ਼ ਬਣਦਾ ਕਿ ਧਰਨਿਆਂ 'ਚ ਜਾ ਕੇ ਬਹਿ ਕੇ ਉਹਨਾਂ ਦੀ ਗੱਲਾਂ ਸੁਣਨ, ਪਰ ਅੱਜ ਭਗਵੰਤ ਮਾਨ ਨੂੰ 7 ਮਹੀਨਿਆਂ ਤੋਂ ਧਰਨਾ ਨਹੀਂ ਦੇਖ ਰਿਹਾ। ਬਿਲਕੁਲ ਭਾਜੀ, ਜੇ ਗੱਲ ਕਰ ਲਈਏ ਤਾਂ ਦਲ ਖਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਬਲੈਕ ਡੇ ਮਨਾਉਣ ਦੀ ਜਿਹੜੀ ਆ ਐਲਾਨ ਕੀਤਾ ਗਿਆ ਹੈ ਨਾ, ਖਾਸ ਕਰਕੇ ਜੇ ਗੱਲ ਕਰ ਲਈਏ ਇੰਡੀਆ ਵਿੱਚ ਬਹੁਤਾਤ ਹਿੱਸਾ ਜਿਹੜਾ ਆ ਉਹ ਜਸ਼ਨ ਮਨਾ ਰਿਹਾ ਹੋਣਾ ਆਜ਼ਾਦੀ ਦਾ, ਵੀ ਦੇਸ਼ ਆਜ਼ਾਦ ਹੋਇਆ ਵਾ, ਪਰ ਸਿੱਖ ਖਾਸ ਕਰਕੇ ਪੰਜਾਬੀ ਸਿੱਖਾਂ ਦੀ ਗੱਲ ਕਰ ਲਈਏ, ਇਹਨਾਂ ਵੱਲੋਂ ਬਲੈਕ ਡੇ ਮਨਾਉਣ ਦੀ ਜਿਹੜੀ ਆ ਅਪੀਲ ਕੀਤੀ ਜਾ ਰਹੀ ਹੈ। ਕਿਉਂ ਬਲੈਕ ਡੇ ਮਨਾਉਣ ਦੀ ਜਿਹੜੀ ਅਪੀਲ ਕੀਤੀ ਜਾ ਰਹੀ ਹੈ, ਕੀ ਕਾਰਨ ਲੱਗਦਾ? ਦੇਖੋ, ਸਭ ਤੋਂ ਵੱਡੀ ਗੱਲ ਆ, ਤੁਹਾਨੂੰ ਇੱਕ ਐਗਜ਼ਾਮਪਲ ਲਾਅ ਦਾ ਲੈ ਲੈਂਦੇ। ਪਿਛਲੇ ਦਿਨੀ ਵਿੱਚ ਜਦੋਂ NSA ਲੱਗੀ ਆ, ਉਹਦੇ ਵਿੱਚ ਨਾ ਕੋਈ ਕਤਲੇਆਮ ਹੋਇਆ ਸੀਗਾ, ਨਾ ਕੋਈ ਐਸਾ ਬਲਾਤਕਾਰ ਦਾ ਕੋਈ ਕੇਸ ਆਇਆ ਸੀਗਾ, ਨਾ ਕੋਈ ਛੇੜਖਾਨੀ ਦਾ ਕੇਸ ਆਇਆ ਸੀਗਾ। ਉੱਥੇ ਸਿਰਫ ਇੱਕ ਇਨਸਾਨ ਜਿਹੜਾ ਧਰਮ ਨੂੰ ਆਪਦਾ ਬਚਾਅ ਵਾਸਤੇ ਇੱਕ ਪ੍ਰਚਾਰ ਕਰ ਰਹੇ ਸੀਗੇ, ਔਰ ਉਹਨਾਂ ਨੇ ਜਿਹੜਾ ਨਸ਼ਾ ਛਡਾਓ ਕੇ ਲੋਕਾਂ ਨੂੰ ਸਿੱਧੇ ਰਾਹ ਪਾਇਆ ਸੀਗਾ, ਉਹਨਾਂ ਤੇ NSA ਲੱਗੀ। ਔਰ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਮਣੀਪੁਰ ਦੇ ਵਿੱਚ ਕੀ ਘਟਨਾ, ਜਿੱਥੇ BJP ਸਰਕਾਰ ਹੈ, ਇਹ ਕੀ ਘਟਨਾ ਵਾਪਰੀ ਹੈ, ਔਰਤਾਂ ਨਾਲ ਕਿੱਥੋਂ ਤੱਕ ਜ਼ੁਲਮ ਹੋਇਆ। ਦੂਸਰਾ, ਆਪਾਂ ਪਿਛਲੇ ਦਿਨਾਂ ਵਿੱਚ ਜਿਹੜਾ ਹਰਿਆਣੇ ਦੇ ਵਿੱਚ ਐਡਾ ਵੱਡਾ ਜੋ ਜੁਰਮ ਚੱਲ ਰਿਹਾ, ਉੱਥੇ ਇੰਨੀ ਪ੍ਰਾਪਰਟੀ ਡੈਮੇਜ ਹੋਈ ਹੈ, ਸਾਰਾ ਕੁਝ। ਉੱਥੇ ਤੱਕ ਤੁਸੀਂ ਦੇਖੋ ਕਿ ਉੱਥੇ NSA ਦੀ ਗੱਲ ਤੱਕ ਨਹੀਂ ਹੋਈ, ਉੱਥੇ ਅਰੈਸਟ ਤੱਕ ਨਹੀਂ ਹੋ ਰਹੀਆਂ ਚੰਗੀ ਤਰ੍ਹਾਂ। ਜਿਹੜੇ ਲੋਕਾਂ ਨੂੰ ਤੁਸੀਂ, ਜਿੱਥੇ NSA ਵਾਕਈ ਚਾਹੀਦੀ ਆ, ਜਿੱਥੇ ਲੋਕਾਂ ਨੂੰ ਵਾਕਈ ਤੁਸੀਂ ਨਜ਼ਰਬੰਦ ਕਰਨਾ ਚਾਹੁੰਦੇ, ਉੱਥੇ ਤੁਸੀਂ ਕਰ ਨਹੀਂ ਰਹੇ। ਔਰ ਦੂਜੇ ਥਾਂ ਤੇ ਜਿਹੜਾ ਪ੍ਰਚਾਰ ਕਰ ਰਿਹਾ, ਚੰਗਾ ਪ੍ਰਚਾਰ ਕਰ ਰਿਹਾ, ਲੋਕਾਂ ਨੂੰ ਨਸ਼ੇ 'ਚੋਂ ਕੱਢ ਕੇ ਆਪਣੇ ਚੰਗੇ ਰਾਹ ਤੱਕ ਲਾ ਰਿਹਾ ਸੀਗਾ, ਉਹਨਾਂ ਨੂੰ ਤੁਸੀਂ ਚੱਕ ਕੇ ਤੇ NSA ਲਾ ਕੇ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹਾਂ ਵਿੱਚ ਸੁੱਟੇ ਹੋ। ਸੋ ਤੁਸੀਂ ਆਪ ਦੱਸੋ ਕਿ ਜਿਹੜੀ ਕੌਮ ਨਾਲ ਇਹ ਇੰਨਾ ਧੱਕਾ ਕਰ ਰਹੇ ਨੇ, ਉਹ ਬਲੈਕ ਡੇ ਮਨਾਉਣਗੇ ਕਿ ਨਾ? ਜਦੋਂ ਵੰਡ ਹੋਈ ਆ, ਪਾਕਿਸਤਾਨ ਦੀ ਵੰਡ ਹੋਈ ਆ 1947 ਦੇ ਵਿੱਚ, ਜਿਹੜੀਆਂ ਚੰਗੀਆਂ ਜ਼ਮੀਨਾਂ ਸੀ ਲੋਕਾਂ ਦੀਆਂ, ਜਿਨ੍ਹਾਂ ਕੋਲੇ 100 ਕਿੱਲਾ ਸੀਗਾ ਜ਼ਮੀਨ ਦਾ, ਉਹਨਾਂ ਨੂੰ 20 25 ਕਿੱਲੇ ਮਿਲੇ ਇੱਥੇ ਆਣ ਕੇ। ਇੱਕ 25 ਕਿੱਲੇ ਦੇ ਮਿਲਣ ਦੇ ਬਾਵਜੂਦ ਉਹ ਲੋਕ ਫਿਰ ਆਣ ਕੇ ਪੈਰਾਂ ਦੇ ਥੱਲੇ ਸੁੱਟ ਕੇ ਉਹਨਾਂ ਨੂੰ ਫਿਰ ਉਹ ਪੈਰਾਂ ਤੇ ਖੜੇ ਹੋਏ ਨੇ। ਸੋ ਉਹਨਾਂ ਲੋਕਾਂ ਵਾਸਤੇ ਹੀ ਇਹ ਬਲੈਕ ਡੇ ਆ, ਕਿਉਂਕਿ ਉਹਨਾਂ ਨੂੰ ਅਜੇ ਤੱਕ ਆਪਣੇ ਹੱਕ ਹੀ ਨਹੀਂ ਮਿਲ ਰਹੇ। ਜੇ ਆਪਾਂ ਗੱਲ ਕਰਦੇ ਹਾਂ ਇੱਥੇ ਆਪਣੇ ਸੰਵਿਧਾਨ ਦੀ ਗੱਲ ਕਰਦੇ ਹਾਂ, ਤੇ ਸੰਵਿਧਾਨ ਤੇ ਤੁਸੀਂ ਦੇਖੋ ਕਿ ਇਹ ਜਿਹੜਾ ਜਗਤਾਰ ਸਿੰਘ ਹਵਾਰਾ ਦਾ ਟ੍ਰਾਇਲ ਦੀ ਕੇਸ ਲੈ ਲਓ, ਕਿ ਅਜੇ ਤੱਕ ਟ੍ਰਾਇਲ ਹੀ ਸ਼ੁਰੂ ਨਹੀਂ ਹੋਇਆ। ਸੋ ਕਿੱਥੇ ਇੱਕ ਪਾਸੇ ਜੇ ਵਾਕਈ ਇਹ ਸੰਵਿਧਾਨ ਇੱਕ ਬਰਾਬਰ ਹੈ, ਇਕੁਐਲਿਟੀ ਆ, ਤਾਂ ਫਿਰ ਇਹ ਕਿਉਂ ਨਹੀਂ ਆਪਦਾ ਸੰਵਿਧਾਨ ਉਹਨਾਂ ਦੇ ਖਿਲਾਫ, ਉਹਨਾਂ ਲਈ ਵੀ ਯੂਜ਼ ਕਿਉਂ ਨਹੀਂ ਕਰਦੇ? ਕੀ ਲੱਗਦਾ ਕਿ ਜਿਸ ਤਰ੍ਹਾਂ ਲਗਾਤਾਰ ਜਥੇਬੰਦੀਆਂ ਵੱਲੋਂ, ਸਿੱਖ ਜਥੇਬੰਦੀਆਂ ਵੱਲੋਂ ਘੱਟ ਗਿਣਤੀਆਂ ਦੇ ਵਿਰੁੱਧ ਜਿਹੜੇ ਹਮੇਸ਼ਾ ਫੈਸਲੇ ਲਏ, ਅਜਿਹਾ ਗੱਲ ਜਿਹੜੀ ਕੀਤੀ ਜਾਂਦੀ ਆ, ਜੇ ਆਪਾਂ ਨੂੰਹ ਦੀ ਗੱਲ ਕਰ ਲਈਏ, ਜਿੱਥੇ ਇੱਕ ਧਾਰਮਿਕ ਮਸਲਾ ਭੜਕਿਆ ਵਾ, ਉੱਥੇ ਮੁਸਲਮਾਨਾਂ ਨੂੰ ਵੀ ਉੱਥੋਂ ਜਾਣ ਲੈ ਕੇ ਜਾ ਰਿਹਾ, ਸਿੱਖ ਵੀ ਘੱਟ ਗਿਣਤੀ ਆ। ਲੱਗਦਾ ਕਿ ਜਿਹੜੀਆਂ ਘੱਟ ਗਿਣਤੀ ਉਹਨਾਂ ਦੇ ਖਿਲਾਫ ਇਹ ਸਾਜ਼ਿਸ਼ ਜਿਹੜੀ ਆ ਕੀਤੀ ਜਾ ਰਹੀ? ਦੇਖੋ, ਹਿੰਦੁਸਤਾਨ ਦੇ ਵਿੱਚ ਇੱਕ ਕਮਿਊਨਿਟੀ ਦਾ ਰਾਜ ਨਹੀਂ ਹੈਗਾ। ਹਿੰਦੂ ਕਮਿਊਨਿਟੀ ਲਾਰਜ ਸਕੇਲ ਤੇ ਜ਼ਰੂਰ ਹੈ, ਪਰ ਇੱਥੇ ਬੁੱਧ, ਜੈਨ, ਮੁਸਲਿਮ, ਸਿੱਖ ਸਾਰੀਆਂ ਕਮਿਊਨਿਟੀਆਂ। ਸਭ ਤੋਂ ਵੱਡੀ ਗੱਲ ਹੈ, ਜੇ ਸਰਕਾਰਾਂ ਨੂੰ ਚਾਹੀਦਾ ਤਾਂ ਇਹ ਹੈ ਕਿ ਇਹਨਾਂ ਨੂੰ ਮਿਲ ਜੁਲ ਕੇ ਕਿਹੜੇ ਹਿਸਾਬ ਨਾਲ ਰਹਿਣਗੇ, ਉਸ ਹਿਸਾਬ ਨਾਲ ਉਹਦਾ ਸੰਵਿਧਾਨ ਉਸ ਹਿਸਾਬ ਨਾਲ ਬਣਾਇਆ ਜਾਵੇ, ਔਰ ਉਸੇ ਹਿਸਾਬ ਨਾਲ ਕਾਨੂੰਨ ਦੇ ਉੱਤੇ ਅੱਖ ਰੱਖੀ ਜਾਵੇ, ਔਰ ਉਹਨਾਂ ਨੂੰ ਉਸ ਹਿਸਾਬ ਨਾਲ ਚਲਾਇਆ ਜਾਵੇ, ਤਾਂ ਕਿ ਦੇਸ਼ ਦੇ ਵਿੱਚ ਸ਼ਾਂਤੀ ਬਣੀ ਰਹੇ। ਪਰ ਇੱਥੇ ਤੁਹਾਡੇ ਸਾਹਮਣੇ ਲੀਡਰਸ, ਐਸੇ ਲੀਡਰ ਜੇ ਆਪਾਂ ਦੇਖਦੇ ਹਾਂ, ਉਹ ਸ਼ਰੇਆਮ ਗੱਲਾਂ ਕਰਦੇ ਨੇ। ਕੁਝ ਬਾਬੇ ਜਿਹੜੇ ਢੋਂਗੀ ਬਾਬੇ ਬਣ ਕੇ ਬੈਠ ਗਏ ਆ, ਉਹ ਸ਼ਰੇਆਮ ਗੱਲਾਂ ਕਰਦੇ ਤੇ ਹਿੰਦੂ ਰਾਸ਼ਟਰ ਦੀਆਂ ਗੱਲਾਂ ਕਰਨ ਲੱਗ ਪੈਂਦੇ ਨੇ ਕਿ ਹਿੰਦੂ ਰਾਸ਼ਟਰ ਹੋਣਾ ਚਾਹੀਦਾ, ਮੁਸਲਿਮਸ ਨੂੰ ਬਾਹਰ ਕੱਢ ਕੇ ਸੁੱਟ ਦਿਓ, ਸਿੱਖਾਂ ਦੀ ਗੱਲ ਵੱਖਰੀ ਕਰਨ ਲੱਗ ਪਓ, ਜਾਂ ਬਾਕੀ ਧਰਮ ਨੇ ਉਹਨਾਂ ਨੂੰ ਬਾਹਰ ਕੱਢ ਦਿਓ। ਜਦੋਂ ਇਹ ਐਸੇ ਬੰਦੇ ਐਸਾ ਪ੍ਰਚਾਰ ਕਰਦੇ ਨੇ, ਉਹਨਾਂ ਦੇ ਖਿਲਾਫ, ਲੋਕਾਂ ਦੇ ਖਿਲਾਫ ਐਸਾ ਪ੍ਰਚਾਰ ਕਰਨਗੇ, ਕਮਿਊਨਿਟੀ ਦੇ ਖਿਲਾਫ ਪ੍ਰਚਾਰ ਕਰਨਗੇ, ਤਾਂ ਗੁੱਸਾ ਤਾਂ ਲੋਕਾਂ ਦੇ ਵਿੱਚ ਸ਼ਾਮ ਨੂੰ ਹੋਊਗਾ। ਜਦੋਂ ਚਾਹੀਦਾ ਸਰਕਾਰਾਂ ਨੂੰ ਕੀ ਹੈ ਕਿ ਜੇ ਐਸਾ ਬੰਦਾ ਕੋਈ ਵੀ ਆ, ਚਾਹੇ ਉਹ ਹਿੰਦੂ ਆ, ਚਾਹੇ ਕੋਈ ਹੋਰ ਕਮਿਊਨਿਟੀ ਦਾ, ਜੇ ਕਿਸੇ ਦੇ ਖਿਲਾਫ ਪ੍ਰਚਾਰ ਕਰਦਾ ਹੈ ਤਾਂ ਉਹਦੇ ਖਿਲਾਫ ਐਕਸ਼ਨ ਲਓ, ਤਾਂ ਕਿ ਉਹ ਵਾਕਈ ਇੱਕ ਐਗਜ਼ਾਮਪਲ ਸੈੱਟ ਹੋਵੇ ਕਿ ਭਾਵੇਂ ਵੱਧ ਗਿਣਤੀ ਹੈ ਚਾਹੇ ਘੱਟ ਗਿਣਤੀ ਹੈ, ਇੱਕ ਤੇ ਇੱਕ ਸਮਾਨਤਾ ਹੈ। ਜੇ ਤੁਸੀਂ ਸਮਾਨਤਾ ਤਾਂ ਆਪ ਨਹੀਂ ਸ਼ੋਅ ਕਰ ਰਹੇ, ਜੇ ਤੁਸੀਂ ਸ਼ੋਅ ਕਰਨਾ ਚਾਹੁੰਦੇ ਹੋ, ਵਾਕਈ ਚਾਹੁੰਦੇ ਹੋ ਕਿ ਇੱਕ ਬਰਾਬਰ ਰਹਿਣ ਇੱਥੇ, ਤਾਂ ਫਿਰ ਇੱਕੋ ਜਿਹਾ ਸੰਵਿਧਾਨ ਹੋਣਾ ਚਾਹੀਦਾ, ਇਕੁਐਲਿਟੀ ਹੋਣੀ ਚਾਹੀਦੀ ਹੈ, ਉਹਨੂੰ ਦਿਖਾਉਣਾ ਵੀ ਚਾਹੀਦਾ, ਨਾ ਕਿ ਗੱਲਾਂ 'ਚ ਰਹਿਣਾ ਚਾਹੀਦਾ ਆਪਾਂ ਨੂੰ। ਜਿਸ ਤਰ੍ਹਾਂ ਪ੍ਰੈਸ ਵਾਰਤਾ 'ਚ ਦੱਸਿਆ ਕਿ ਪਹਿਲਾਂ ਸਰਕਾਰ ਨਾਲ 2 ਵਾਰੀ ਮੀਟਿੰਗ ਹੋ ਚੁੱਕੀ, ਮੰਗ ਜਿਹੜੀ ਹੈ ਬੰਦੀ ਸਿੰਘਾਂ ਦੀ ਰਿਹਾਈ ਤੋਂ ਇਲਾਵਾ ਜਿਹੜੀ ਆ ਬੇਅਦਬੀਆਂ ਦੇ ਮਸਲਿਆਂ ਨੂੰ ਲੈ ਕੇ ਆ, ਗੋਲੀ ਕਾਂਡ ਦੇ ਮਸਲਿਆਂ ਨੂੰ ਲੈ ਕੇ ਆ, ਸੋ ਸਰਕਾਰ ਬੰਦੀ ਸਿੰਘਾਂ ਤੋਂ ਇਲਾਵਾ ਜਿਹੜੇ ਬਾਕੀ ਦੀਆਂ ਮੰਗਾਂ ਆ ਉਹਨਾਂ ਉੱਤੇ ਵੀ ਕੋਈ ਆਪਣਾ ਦਿਖਾ ਰਹੀ ਹੈ ਵੀ ਉਹਨਾਂ ਮਸਲਿਆਂ ਨੂੰ ਹੱਲ ਕਰਨ ਵੱਲ ਜਾ ਰਹੀ ਹੈ, ਕਿ ਜਿਹੜੀਆਂ ਮੰਗਾਂ ਸਾਰੀਆਂ ਰੱਖੀਆਂ ਕਿਸੇ ਵੀ ਮੰਗ ਉੱਤੇ ਕੋਈ ਵੀ ਗੱਲਬਾਤ ਨਹੀਂ ਹੋ ਰਹੀ? ਦੇਖੋ, ਇਹਨਾਂ ਨਾਲ ਗੱਲਬਾਤ ਜ਼ਰੂਰ ਹੁੰਦੀ ਆ ਹਰ ਵਾਰੀ। ਪਹਿਲਾਂ ਤਾਂ ਸਰਕਾਰ ਦਾ ਤੁਸੀਂ ਆਪ ਸੋਚੋ, ਮੈਂ ਤੁਹਾਨੂੰ ਦੱਸਦਾ ਕਿ ਪਹਿਲੀ ਵਾਰੀ ਸਾਡੀ ਮੀਟਿੰਗ ਹੋਈ ਹਰਪਾਲ ਚੀਮਾ ਨਾਲ ਔਰ ਅਮਨ ਅਰੋੜਾ ਨਾਲ। ਪਹਿਲੀ ਮੀਟਿੰਗ ਹੋਣ ਦੇ ਬਾਵਜੂਦ ਇਹਨਾਂ ਨੇ ਸਾਡੇ ਤੋਂ ਸ਼ਰਤਾਂ ਲਈਆਂ, ਅਸੀਂ ਰਿਟਨ 'ਚ ਇਹਨਾਂ ਨੂੰ ਸਾਰਾ ਕੁਝ ਆਪਦਾ ਦਿੱਤਾ। ਇਹਨਾਂ ਨੇ ਦੇ ਕੇ ਜਦੋਂ ਆਂਦੇ ਕਿ ਅਸੀਂ ਇਹਨਾਂ 'ਤੇ ਕੰਮ ਕਰਨਾ ਸ਼ੁਰੂ ਕਰਦੇ ਹਾਂ, ਔਰ ਉਸ ਤੋਂ ਬਾਅਦ ਇਹਨਾਂ ਨੇ ਗੱਲ ਕਰਨੀ ਬੰਦ ਕਰਤੀ ਸਾਡੇ ਨਾਲ। ਫਿਰ ਹਾਈ ਕੋਰਟ ਦੇ ਆਰਡਰਸ ਹੋਏ, ਇਹਨਾਂ ਨੇ ਦੁਬਾਰਾ ਸਾਡੇ ਨਾਲ ਮੀਟਿੰਗ ਗੱਲ ਕੀਤੀ। ਔਰ ਬੜੀ ਹਾਸੇ ਵਾਲੀ ਗੱਲ ਹੈ
ਕਿ ਜਦੋਂ ਦੂਸਰੀ ਮੀਟਿੰਗ 'ਚ ਹਰਪਾਲ ਚੀਮਾ ਅਤੇ ਕੁਲਦੀਪ ਧਾਲੀਵਾਲ ਆਣ ਕੇ ਬੈਠੇ ਔਰ ਉਹਨਾਂ ਨੇ ਇਹ ਗੱਲ ਕੀਤੀ ਸਾਡੇ ਨਾਲ ਕਿ ਪਿਛਲੀ ਮੀਟਿੰਗ ਦੀਆਂ ਗੱਲਾਂ ਛੱਡੋ, ਤੁਸੀਂ ਨਵੀਂ ਗੱਲਾਂ ਸ਼ੁਰੂ ਕਰੋ। ਤੁਸੀਂ ਪੁਰਾਣੀਆਂ ਮੀਟਿੰਗ ਜਿਹੜੀਆਂ ਗੱਲਾਂ ਅਸੀਂ ਕਿਹਾ ਕਿ ਤੁਹਾਨੂੰ ਪਿਛਲੀ ਵਾਰੀ ਜਦੋਂ ਅਸੀਂ ਸਾਰਾ ਕੁਝ ਦੇ ਕੇ ਗਏ ਆ, ਤੁਸੀਂ ਉਹਨਾਂ ਤੇ ਕੰਮ ਕਿਉਂ ਨਹੀਂ ਕੀਤਾ? ਤੁਸੀਂ ਕਿਹਾ ਜਥੇਦਾਰ ਜਗਤਾਰ ਸਿੰਘ ਨੂੰ ਹਵਾਰਾ ਪੰਜਾਬ 'ਚ ਲਿਆ ਕੇ ਕੰਮ ਸ਼ੁਰੂ ਕੀਤਾ ਜਾਊਗਾ, ਸੰਵਿਧਾਨ 'ਚ ਜਿਹੜਾ ਕਾਨੂੰਨ ਆ ਉਹਦੇ ਪ੍ਰਬੰਧੀ ਅਸੀਂ ਆਪਦਾ ਪ੍ਰੋਸੈਸ ਸ਼ੁਰੂ ਕਰਾਂਗੇ, ਉੱਤੇ ਰਾਸ਼ਟਰਪਤੀ ਕੋਲ ਲੈ ਕੇ ਜਾਵਾਂਗੇ, ਹਜੇ ਤੱਕ ਸ਼ੁਰੂ ਕਿਉਂ ਨਹੀਂ ਕੀਤਾ? ਤਾਂ ਇਹਨਾਂ ਨੇ ਕਿਹਾ ਕਿ ਉਹਨਾਂ ਉਸ ਗੱਲ ਨੂੰ ਭੁੱਲ ਜਾਓ, ਇਹ ਮਹੀਨਾ ਪਹਿਲਾਂ ਪੁਰਾਣੀ ਗੱਲ ਹੈ ਤੇ ਹੁਣ ਆਪਾਂ ਨਵੀਂ ਗੱਲ ਸ਼ੁਰੂ ਕਰਦੇ। ਜਿਹੜੇ 1 ਮਹੀਨਾ ਪੁਰਾਣੀ ਗੱਲ ਨਹੀਂ ਕਰ ਸਕਦੇ, ਉਹਨਾਂ ਤੋਂ ਆਪਾਂ ਕੀ ਉਮੀਦ ਲਾ ਸਕਦੇ ਹਾਂ? ਜੇ ਉਹ ਵਾਕਈ ਚਾਹੁੰਦੇ ਨੇ, ਜੇ ਇਹ ਲੋਕੀ ਵਾਕਈ ਹੀ ਚਾਹੁੰਦੇ ਨੇ, ਇਹ ਭਗਵੰਤ ਮਾਨ ਜਿਹੜਾ ਲੋਕਾਂ ਨੂੰ, ਬਾਕੀ ਸਰਕਾਰਾਂ ਦੇ ਨੇਤਾ ਨੂੰ ਟੀਚਰਾਂ ਕਰਦਾ ਹੁੰਦਾ ਸੀਗਾ ਕਿ ਤੁਸੀਂ ਇੱਥੇ ਸਿਕਿਉਰਿਟੀ ਲੈ ਕੇ ਘੁੰਮਦੇ ਨੇ, 800 ਬੰਦਾ ਲੈ ਕੇ ਘੁੰਮਦਾ, 10,000 ਬੰਦਾ ਲੈ ਕੇ ਘੁੰਮਦਾ, ਔਰ ਅੱਜ ਤੁਸੀਂ ਦੇਖ ਸਕਦੇ ਹੋ ਇਹਦੀ ਖੁਦ ਦੀ ਸਿਕਿਉਰਿਟੀ ਮੇਰੇ ਸਾਹ 1200 ਬੰਦੇ ਦੇ ਆਸ-ਪਾਸ ਇਹਦੀ ਸਿਕਿਉਰਿਟੀ ਹੈਗੀ ਖੁਦ ਦੀ। ਉਹ ਕਿਉਂ ਸਿਕਿਉਰਿਟੀ ਕਿੱਥੋਂ ਆ ਰਹੀ ਹੈ? ਜੇ ਇਹਨੂੰ ਇੰਨੀ ਲੋੜ ਕਿਉਂ ਪੈ ਰਹੀ ਹੈ ਉਸ ਸਿਕਿਉਰਿਟੀ ਦੀ? ਜੇ ਵਾਕਈ ਤੁਸੀਂ ਗੱਲ ਕਰਨਾ ਚਾਹੁੰਦੇ ਹੋ, ਤੁਸੀਂ ਲੋਕਾਂ 'ਚ ਬੈਠ ਕੇ ਵਾਕਈ ਗੱਲ ਕਰਨਾ ਚਾਹੁੰਦੇ ਹੋ, ਉਹਨਾਂ ਨਾਲ ਬੈਠ ਕੇ ਗੱਲ ਤਾਂ ਕਰੋ, ਤੁਹਾਨੂੰ ਪਤਾ ਤਾਂ ਲੱਗੇ ਲੋਕਾਂ 'ਚ ਰੋਸ ਕੀ ਹੈ। ਪਰ ਇੱਥੇ ਪਿਛਲੇ 7 ਮਹੀਨਿਆਂ ਤੋਂ ਇਹਨਾਂ ਨੂੰ ਇਹੀ ਨਹੀਂ ਪਤਾ ਲੱਗ ਰਿਹਾ ਕਿ ਲੋਕ ਇੱਥੇ ਇਹਨਾਂ ਦੇ ਬਰੂਹਾਂ 'ਤੇ ਆਣ ਕੇ ਬੈਠੇ ਹੋਏ ਆ ਤੇ ਇਹਨਾਂ ਤੋਂ 5 ਕਿਲੋਮੀਟਰ 'ਤੇ ਜਾ ਕੇ ਬੈਠ ਜਾਂਦੇ ਆ ਔਰ ਇੱਥੇ ਆਣ ਕੇ ਗੱਲ ਇੱਕ ਵਾਰੀ ਨਹੀਂ ਪੁੱਛਿਆ ਇਹਨਾਂ ਨੇ। ਔਰ ਜਿਹੜੇ ਨੇਤਾ ਇਹਨਾਂ ਦੇ ਲੀਡਰ ਆਉਂਦੇ ਆ ਉਹ ਹਰ ਵਾਰੀ ਨਵੀਂ ਗੱਲ ਕਰਨ ਦੀ ਗੱਲ ਕਰ ਰਹੇ ਆ। ਭਾਜੀ ਗੱਲ ਕਰ ਲਈਏ ਜਿਸ ਤਰ੍ਹਾਂ ਰਾਮ ਰਹੀਮ ਨੂੰ ਬਾਰ-ਬਾਰ ਜਿਹੜੀ ਆ ਪੈਰੋਲ ਦੇ ਦਿੱਤੀ ਜਾਂਦੀ ਹੈ, ਜਦੋਂ ਭਾਈ ਜਗਤਾਰ ਸਿੰਘ ਹਵਾਰਾ ਦੀ ਜਿਹੜੀ ਬਦਲੀ ਆ ਜਾਂ ਉਹਨੂੰ ਇੱਧਰ ਸ਼ਿਫਟ ਕਰਨ ਦੀ ਗੱਲ ਪੰਜਾਬ ਆਉਂਦੀ ਆ, ਹਾਲਾਂਕਿ ਉਹਨਾਂ ਨੂੰ ਜੇਲ੍ਹ 'ਚ ਰੱਖਣਾ, ਕੋਈ ਪੈਰੋਲ ਨਹੀਂ ਦੇਣੀ ਹੈਗੀ ਆ। ਕਾਰਨ ਕੀ ਲੱਗਦਾ ਕਿ ਅਜਿਹਾ ਕਿਉਂ ਕਰਦੇ ਆ? ਕਿਤੇ ਨਾ ਕਿਤੇ ਇੱਕ ਤਾਂ ਕਾਨੂੰਨ ਆ, ਦੂਸਰੇ ਪਾਸੇ ਨਿੱਜਤਾ ਦਾ ਵੀ ਆ ਜਾਂਦਾ ਵੀ ਆਹ ਬਦਲਾ ਲੈਣ ਦੀ ਭਾਵਨਾ। ਦੇਖੋ, ਮੈਂ ਇੱਕ ਤੁਹਾਨੂੰ ਸਪਸ਼ਟ ਗੱਲ ਕਲੀਅਰ ਕਰਦਾ, ਸ਼ਾਇਦ ਮੈਂ ਪਹਿਲਾਂ ਵੀ ਕਈ ਵਾਰੀ ਕਰ ਚੁੱਕਿਆ ਕਿ ਦੇਖੋ ਕਿੱਥੋਂ ਤੱਕ ਸਰਕਾਰਾਂ ਰਲ ਕੇ ਕੰਮ ਕਰਦੀਆਂ ਨੇ। 2022 ਦੇ ਵਿੱਚ ਮਈ ਜਾਂ ਜੂਨ ਦੇ ਮਹੀਨੇ ਦੇ ਵਿੱਚ ਇੱਕ ਆਰਡੀਨੈਂਸ ਪਾਸ ਹੁੰਦਾ ਹੈ ਹਰਿਆਣਾ ਗਵਰਨਮੈਂਟ ਵੱਲੋਂ। ਉਸ ਤੋਂ ਪਹਿਲਾਂ ਰਾਮ ਰਹੀਮ ਨੇ ਹਰ ਥਾਂ ਤੇ ਪੈਰੋਲ ਦੀ ਆਪਦੀ ਐਪਲੀਕੇਸ਼ਨ ਫਾਈਲ ਕੀਤੀ ਜੋ ਰਿਜੈਕਟ ਹੋਈ। ਉਸ ਤੋਂ ਬਾਅਦ ਹਰਿਆਣੇ ਵੀ ਕੈਦੀ ਨੇ, ਹਰਿਆਣਾ ਦੂਜੇ ਨੇ ਕੈਦੀ ਨੇ ਜੇਲ੍ਹਾਂ 'ਚ, ਉਹਨਾਂ ਨੂੰ ਪੈਰੋਲ ਕਿਸੇ ਵੀ ਟਾਈਮ ਔਰ ਕਿਸੇ ਵੀ ਰੀਜ਼ਨ ਕਰਕੇ ਮਿਲ ਸਕਦੀ ਹੈ। ਦੇਖੋ, ਇੱਕ ਬੰਦੇ ਨੂੰ ਕਢਾਉਣ ਵਾਸਤੇ ਉਹਨਾਂ ਨੇ ਕਾਨੂੰਨ ਹੀ ਚੇਂਜ ਕਰਤਾ, ਉਹਨੂੰ ਬਾਹਰ ਕਢਾਉਣ ਵਾਸਤੇ। ਰਾਮ ਰਹੀਮ ਦੇ ਲਈ ਹੀ ਖਾਸ ਕਰਕੇ ਉਹ ਚੇਂਜ ਹੋਇਆ ਸੀਗਾ, ਕਿਉਂਕਿ ਉਸ ਤੋਂ ਪਹਿਲਾਂ ਉਹਦੀ ਪੈਰੋਲ ਨਹੀਂ ਹੋ ਰਹੀ ਸੀਗੀ। ਇੱਕ ਬੰਦੇ ਕਰਕੇ ਉਹਨਾਂ ਨੇ ਸਾਰਾ ਕਾਨੂੰਨ ਚੇਂਜ ਕਰਤਾ ਉਹਦਾ। ਸੋ ਇੱਥੋਂ ਤੱਕ ਆਪਾਂ ਖੁਦ ਦੇਖ ਸਕਦੇ ਮਾਨਸਿਕਾ ਕਿ ਸਰਕਾਰਾਂ ਚਾਹੁੰਦੀਆਂ ਕਿੱਥੋਂ ਤੱਕ ਨੇ। ਇੱਕ ਬਲਾਤਕਾਰੀ ਆ, ਜਿਹੜਾ ਰੇਪਿਸਟ ਬੰਦਾ ਜਿਹਦੇ ਖਿਲਾਫ ਮਰਡਰ ਦੇ ਕੇਸਿਸ ਨੇ, ਚਾਰਜਿਸ ਚੱਲ ਰਹੇ ਨੇ ਉਹਦੇ ਖਿਲਾਫ, ਔਰ ਉਹ ਇਹ ਬੰਦਾ ਉਹਨੂੰ ਬਾਹਰ ਕਢਾਉਣ ਵਾਸਤੇ ਸਰਕਾਰਾਂ ਕਿੱਥੋਂ ਤੱਕ ਡਿੱਗ ਸਕਦੀਆਂ ਨੇ। ਦੂਜੇ ਪਾਸੇ ਜਿਹੜੇ ਜਗਤਾਰ ਸਿੰਘ ਹਵਾਰਾ ਜੀ ਨੇ ਜਿਹੜਾ ਸਟੈਪ ਲਿਆ ਸੀਗਾ, ਜੇ ਕੋਈ ਵਾਕਈ ਹੀ ਇਨਸਾਨ ਉਸ ਬਾਰੇ ਸਟੱਡੀ ਕਰਦਾ ਤਾਂ ਉਹਨੂੰ ਪਤਾ ਲੱਗਦਾ ਕਿ ਉਹ ਸਟੈਪ ਕਿੰਨਾ ਜ਼ਰੂਰੀ ਸੀਗਾ। ਉਹ ਸਟੈਪ ਤੋਂ ਬਾਅਦ ਇੱਥੇ ਕਤਲੇਆਮ ਬੰਦ ਹੋ ਗਿਆ, ਲੋਕਾਂ ਦੇ ਪੁੱਤ ਬਚ ਗਏ, ਜਿਨ੍ਹਾਂ ਦੇ ਦਿਨ ਰਾਤ ਮਰਡਰ ਹੁੰਦੇ ਸੀ। ਕੋਈ ਸਿੱਖੀ ਸਰੂਪ 'ਚ ਹੁੰਦਾ ਸੀਗਾ, ਉਹਨੂੰ ਗੋਲੀ ਮਾਰ ਦਿੱਤੀ ਜਾਂਦੀ ਸੀਗੀ, ਉਹਨਾਂ ਦੇ ਕਤਲ ਹੋਣੋਂ ਬਚ ਗਏ। ਕਈਆਂ ਦੇ ਘਰਾਂ ਦੇ ਦੀਵੇ ਅਜੇ ਵੀ ਜਗਦੇ ਪਏ ਆ, ਜਿੰਨੀ ਤਾਂ ਉਦੋਂ ਬੁੱਝ ਗਏ ਸੀਗੇ। ਸੋ ਉਹ ਸਟੈਪ ਲੈਣਾ ਕਿੰਨਾ ਜ਼ਰੂਰੀ ਸੀਗਾ। ਚਲੋ ਉਹਨਾਂ ਨੇ ਉਹ ਸਟੈਪ ਲਿਆ, ਉਹਦੀ ਸਜ਼ਾ ਵੀ ਪੂਰੀ ਕਰਤੀ। ਉਸ ਤੋਂ ਬਾਵਜੂਦ ਵੀ ਇਹਨਾਂ ਨੂੰ ਸ਼ਿਫਟ ਕਰਨ 'ਚ ਪ੍ਰੋਬਲਮ ਹੋ ਰਹੀ ਹੈ। ਸ਼ਿਫਟ ਕਰਨਾ ਛੱਡੋ, ਇਹ ਤਾਂ ਕੋਰਟ 'ਚ ਉਹਨਾਂ ਨੂੰ ਲੈ ਕੇ ਨਹੀਂ ਆ ਰਹੇ ਤਾਂ ਕਿ ਚਾਰਜਿਸ ਫਰੇਮ ਹੋ ਸਕਣ। ਤਾਂ ਆਪੇ ਹੀ ਆਪਾਂ ਦੇਖ ਸਕਦੇ ਹਾਂ ਕਿੱਡਾ ਵੱਡਾ ਇਹ ਦੋ ਚਿਹਰੀ ਸਰਕਾਰਾਂ ਜਿਹੜੀਆਂ ਨੇ। ਇੱਕ ਪਾਸੇ ਇਹ ਕਹਿ ਰਹੀਆਂ ਕਿ ਅਸੀਂ ਇਕੁਐਲਿਟੀ ਦੀ ਗੱਲ ਕਰਦੇ ਹਾਂ, ਔਰ ਦੂਜੇ ਪਾਸੇ ਤੁਹਾਡੇ ਸਾਹਮਣੇ ਐਗਜ਼ਾਮਪਲਸ ਕਿੱਡੀਆਂ ਵੱਡੀਆਂ ਨੇ ਕਿ ਇੱਕ ਪਾਸੇ ਉਹਦੇ ਲਈ ਸਾਰਾ ਕਾਨੂੰਨ ਹੀ ਚੇਂਜ ਕਰ ਲੈਂਦੇ ਆ ਔਰ ਦੂਸਰੇ ਨੂੰ ਸ਼ਿਫਟ ਵੀ ਨਹੀਂ ਕਰਨਾ ਚਾਹੁੰਦੇ। ਮਾਰਚ ਦੀ ਗੱਲ ਕਰ ਲਈ, ਜਿਹੜਾ 15 ਅਗਸਤ ਨੂੰ ਮਾਰਚ ਦਾ ਐਲਾਨ ਕੀਤਾ ਗਿਆ, ਉਹਦਾ ਰੋਡ ਮੈਪ ਕੀ ਹੋਊਗਾ? ਉਹ ਚੰਡੀਗੜ੍ਹ ਦੇ ਵਿੱਚ ਜਾਊਗਾ ਜਾਂ ਪਿਛਲੀ ਵਾਰ ਜਿਹੜਾ 26 ਜਨਵਰੀ ਨੂੰ ਹੋਇਆ ਸੀ ਮੋਹਾਲੀ ਦੇ ਵਿੱਚ ਵੱਡਾ ਇਕੱਠ ਹੋਇਆ ਸੀ, ਜਾਂ ਫਿਰ ਮੋਹਾਲੀ ਦੇ ਵਿੱਚ ਹੀ ਰਹੂਗਾ? ਦੇਖੋ, ਇਹ ਰੋਡ ਮੈਪ ਜਿਹੜਾ ਅਸੀਂ ਸਰਕਾਰ ਨਾਲ, ਪ੍ਰਸ਼ਾਸਨ ਨਾਲ, ਚੰਡੀਗੜ੍ਹ ਪ੍ਰਸ਼ਾਸਨ ਨਾਲ ਗੱਲ ਕਰ ਰਹੇ ਹਾਂ ਕਿ ਸਾਨੂੰ ਰੋਡ ਮੈਪ ਦਿੱਤਾ ਜਾਵੇ, ਪਰ ਪ੍ਰਸ਼ਾਸਨ ਵੱਲੋਂ ਹਜੇ ਤੱਕ ਕੋਈ ਪਹਿਲ ਨਹੀਂ ਕੀਤੀ ਗਈ। ਅਸੀਂ ਚਾਹੁੰਦੇ ਹਾਂ ਕਿ ਸਾਨੂੰ ਰੋਡ ਮੈਪ ਦਿੱਤਾ ਜਾਵੇ, ਅਸੀਂ ਉਹਨਾਂ ਨਾਲ ਡਿਸਕਸ ਕਰੀਏ ਕਿ ਸਾਨੂੰ ਆਹ ਰੋਡ ਮੈਪ ਚਾਹੀਦਾ ਵੀ ਆ, ਉਹ ਸਾਨੂੰ ਰੂਟ ਮੈਪ ਪ੍ਰੋਪਰ ਦੇਣ ਤੇ ਤਾਂ ਕਿ ਉੱਦਣ ਕੋਈ ਹੱਲੜਬਾਜੀ ਵੀ ਨਾ ਹੋਏ। ਔਰ ਉਹ ਸਾਨੂੰ ਇਹੀ ਤਾਂ ਇਹ ਚਾਹੁੰਦੇ ਕਿ ਸਾਡਾ ਸਾਥ ਦਿੱਤਾ ਜਾਵੇ ਪ੍ਰਸ਼ਾਸਨ ਵੱਲੋਂ, ਕਿ ਅੱਗੇ ਨਾਲ ਲੱਗ ਕੇ ਜਿਵੇਂ 26 ਜਨਵਰੀ ਨੂੰ ਤੁਹਾਡੇ ਸਾਹਮਣੇ ਹੋਇਆ, ਐਡਾ ਵੱਡਾ ਇਕੱਠ ਸੀਗਾ, ਮੇਰੇ ਸਾਹ ਵੱਧ ਤੋਂ ਵੱਧ 10 ਕਿਲੋਮੀਟਰ ਦਾ ਤਾਂ ਇਕੱਲਾ ਇਕੱਠ ਸੀਗਾ ਉਹ, ਠੀਕ ਹੈ ਜੀ। 2.5 ਤੋਂ 3 ਘੰਟੇ ਲੱਗ ਗਏ ਜੀ ਇੱਥੋਂ ਲੋਕ ਚੱਲਣ ਜਦੋਂ ਸ਼ੁਰੂ ਹੁੰਦੇ ਪਏ ਸੀਗੇ। ਅੱਧਾ ਇਕੱਠ ਕੰਪਲੀਟ ਮਾਰਚ ਕੰਪਲੀਟ ਹੋ ਗਿਆ ਸੀਗਾ ਤਾਂ ਅਜੇ ਤੱਕ ਲੋਕ ਚੱਲ ਰਹੇ ਸੀ। ਦਿੱਲੀ ਤੋਂ ਵੱਧ ਇੱਕ ਵੱਡਾ ਇਕੱਠ, ਬਹੁਤ ਵੱਡਾ ਇਕੱਠ ਸੀਗਾ ਉਹ। ਸੋ ਉਸ ਲਈ ਅਸੀਂ ਇਸ ਪ੍ਰਸ਼ਾਸਨ ਨਾਲ, ਇਹ ਚੰਡੀਗੜ੍ਹ ਦਾ ਮਾਰਚ ਹੈ, ਚੰਡੀਗੜ੍ਹ ਵਾਸਤੇ ਹੀ ਕੱਢਿਆ ਜਾ ਰਿਹਾ ਔਰ ਚੰਡੀਗੜ੍ਹ ਦੇ ਵਿੱਚ ਹੀ ਕੱਢਿਆ ਜਾਊਗਾ। ਸੋ ਇਸ ਕਰਕੇ ਅਸੀਂ ਪ੍ਰਸ਼ਾਸਨ ਨਾਲ ਅੱਜ ਵੀ ਤੁਹਾਡੇ ਥਰੂ ਵੀ ਬੇਨਤੀ ਕਰਦੇ ਹਾਂ ਕਿ ਸਾਨੂੰ ਰੋਡ ਮੈਪ ਦਿੱਤਾ ਜਾਵੇ
ਤਾਂ ਕਿ ਉਦਣ ਐਸਾ ਕੋਈ ਕੰਮ ਨਾ ਹੋਵੇ, ਨਾ ਕਿ ਉਦਣ ਕੋਈ ਟਕਰਾਅ ਹੋਵੇ, ਨਾ ਅਸੀਂ ਸ਼ਾਂਤੀਪੂਰਨ ਇੱਕ ਮਾਰਚ ਕੱਢਣਾ ਚਾਹੁੰਦੇ ਹਾਂ ਜਿਹਦੇ ਵਿੱਚ ਸਾਨੂੰ ਤੁਹਾਡੀ ਸਭ ਤੋਂ ਵੱਧ ਲੋੜ ਹੈ। ਤੁਸੀਂ ਅੱਗੇ ਲੱਗ ਕੇ ਸਾਡੇ ਮਾਰਚ ਸਗੋਂ ਪੂਰੇ ਸਫਲਤਾ ਰਾਹੀਂ ਪੂਰਾ ਕਰਾਓ ਤਾਂ ਕਿ ਇੱਕ ਐਗਜ਼ਾਮਪਲ ਦੁਆਰਾ ਸੈੱਟ ਹੋ ਸਕੇ ਕਿ ਇੱਥੇ ਹਮੇਸ਼ਾ ਜਿਹੜਾ ਸਿੱਖਾਂ ਦੇ ਉੱਤੇ ਇੱਕ ਦਾਗ ਲਾ ਚੁੱਕੇ ਲੋਕ ਲਾਉਂਦੇ ਆ ਕਿ ਇਹ ਭੜਕਾਊ ਭਾਸ਼ਣ ਦਿੰਦੇ ਨੇ ਔਰ ਭੜਕਾਊ ਕੰਮ ਕਰਦੇ ਨੇ, ਇਹਨਾਂ ਦੇ ਮਾਰਚ ਹਮੇਸ਼ਾ ਟਕਰਾਓ 'ਚ ਰੱਖਦੇ ਨੇ। ਜਿਵੇਂ 26 ਜਨਵਰੀ ਨੂੰ ਇੱਕ ਸ਼ਾਂਤੀਪੂਰਨ ਮਾਰਚ ਕੱਢਿਆ ਗਿਆ ਸੀ, ਉੱਦਾਂ ਹੀ ਇੱਕ 15 ਅਗਸਤ ਦਾ ਮਾਰਚ ਕੱਢਿਆ ਜਾਊਗਾ ਔਰ ਇੱਕ ਸਫਲ ਮਾਰਚ ਕੱਢਿਆ ਜਾਊਗਾ। ਤੇ ਉਹਦੇ ਵਿੱਚ ਕੋਈ ਮੰਗ ਪੱਤਰ ਵੀ ਦਿੱਤਾ ਜਾਊਗਾ ਜਾਂ ਗਵਰਨਰ ਨੂੰ ਮਿਲਣ ਦਾ ਪਲਾਨ ਵੀ ਰੱਖਿਆ ਜਾਊਗਾ? ਨਹੀਂ, ਉਹਦੇ 'ਚ ਮੰਗ ਪੱਤਰ ਨਹੀਂ ਦਿੱਤਾ ਜਾਊਗਾ ਕੋਈ ਵੀ। ਇਹ ਇੱਕ ਰੋਸ ਮਾਰਚ ਹੀ ਕੱਢਿਆ ਜਾਊਗਾ। ਸਿਰਫ ਇਹ ਲੋਕਾਂ ਨੂੰ ਇਹ ਇੱਕ ਇਕੱਤਰਤਾ ਦਿਖਾਈ ਜਾਊਗੀ, ਲੋਕਾਂ ਦੀ ਇਕੱਤਰਤਾ ਸਰਕਾਰਾਂ ਨੂੰ ਦਿਖਾਈ ਜਾਊਗੀ ਕਿ ਜੇ ਤੁਸੀਂ ਵਾਕਿਆ ਹੀ ਕੰਮ ਨਹੀਂ ਕਰੋਗੇ, ਜੇ ਇਸ ਜਿਹੜਾ ਧਰਨਾ ਲੱਗਾ ਹੋਇਆ ਉਹਨਾਂ ਦੇ ਨਾਲ ਗੱਲ ਨਹੀਂ ਕਰੋਗੇ ਤਾਂ ਇਹ ਇਸ ਤੋਂ ਵੱਡਾ ਮਾਰਚ ਹੈ ਤੇ ਲੋਕ ਜੁੜ ਕੇ ਚੰਡੀਗੜ੍ਹ ਦੀ ਬਰੂਹਾਂ ਤੇ ਆਣ ਕੇ ਬੈਠਣਗੇ। ਜੀ ਭਾਜੀ, ਪ੍ਰੈਸ ਕਾਨਫਰੰਸ ਵਿੱਚ ਇੱਕ ਨਿਸ਼ਾਨ ਸਾਹਿਬ ਘਰਾਂ ਦੇ ਉੱਤੇ ਚਲਾਉਣ ਦੀ ਜਿਹੜੀ ਉਹ ਵੀ ਗੱਲ ਕਹੀ ਗਈ ਹੈ। ਕੀ ਲੱਗਦਾ ਕਿ ਜਿਹੜਾ ਇੱਕ ਧਾਰਮਿਕ ਚਿੰਨ੍ਹ ਅਗਰ ਨਿਸ਼ਾਨ ਸਾਹਿਬ ਇੱਥੇ ਚਲਾਊਗਾ ਚਲਾਉਣਗੇ ਲੋਕ, ਤਾਂ ਇੰਡੀਆ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਥਾਵਾਂ, ਬਹੁਤ ਸਾਰੇ ਧਰਮ ਆ, ਉਹ ਵੀ ਕਹੂਗੇ ਕਿ ਆਪਾਂ ਵੀ ਚਲਾਉਣੇ ਆ। ਲੱਗਦਾ ਨਹੀਂ ਕਿ ਇਸ ਤਰ੍ਹਾਂ ਮਾਹੌਲ ਵੀ ਜਿਹੜਾ ਕਿਤੇ ਨਾ ਕਿਤੇ ਖਰਾਬ ਹੋ ਸਕਦਾ ਜਾਂ ਲੋਕਾਂ ਦੀ ਜਿਹੜੀ ਸੋਚਣ ਦੀ ਜਿਹੜੀ ਆ ਬਦਲ ਸਕਦੀ ਸਿਚੁਏਸ਼ਨ? ਦੇਖੋ, ਇੱਕ ਸਭ ਤੋਂ ਵੱਡੀ ਚੀਜ਼ ਲਓ ਕਿ ਜਦੋਂ ਚਾਈਨਾ ਦੇ ਬਾਰਡਰ ਤੇ ਇੰਡੀਅਨ ਜਦੋਂ ਆਰਮੀ ਜੰਗ ਲੜਨ ਜਾਂਦੀ ਹੈ ਤਾਂ ਉੱਥੇ ਸਭ ਤੋਂ ਅੱਗੇ ਨਿਸ਼ਾਨ ਸਾਹਿਬ ਲੈ ਕੇ ਚੱਲਦੀ ਹੈ ਜੀ। ਔਰ ਚਾਈਨਾ ਬਾਰਡਰ ਤੇ ਜਦੋਂ ਖੜੇ ਉੱਥੇ ਨਿਸ਼ਾਨ ਸਾਹਿਬ ਲੱਗਦਾ ਹੈ, ਉਦੋਂ ਜੈਕਾਰੇ ਵੀ ਲਾਈ ਜਾਂਦੇ ਆ, ਸਭ ਕੁਝ ਕੀਤਾ ਜਾਂਦਾ। ਉਸ ਟਾਈਮ ਕਿਉਂ ਇਸ ਨਿਸ਼ਾਨ ਸਾਹਿਬ ਦੀ ਵਿਰੋਧਤਾ ਕਿਉਂ ਨਹੀਂ ਕੀਤੀ ਜਾਂਦੀ? ਉੱਥੇ ਇੰਡੀਅਨ ਫਲੈਗ ਕਿਉਂ ਨਹੀਂ ਲਹਿਰਾਇਆ ਜਾਂਦਾ? ਜੇ ਉੱਥੇ ਨਿਸ਼ਾਨ ਸਾਹਿਬ ਇਹਨਾਂ ਲਈ ਚੰਗਾ ਹੈ ਤਾਂ ਫਿਰ ਲੋਕਾਂ ਦੇ ਘਰਾਂ ਦੇ ਉੱਤੇ ਲੱਗਾ ਨਿਸ਼ਾਨ ਸਾਹਿਬ ਇਹਨਾਂ ਨੂੰ ਚੁੱਭਦਾ ਕਿਉਂ? ਜੇ ਅਸੀਂ ਗੱਲ ਕਰਦੇ ਹਾਂ ਨਿਸ਼ਾਨ ਸਾਹਿਬ ਆਪਦੇ ਘਰਾਂ ਦੇ 'ਚ ਆਓ ਤਾਂ ਇਹਨਾਂ ਨੂੰ ਚੁੱਭਦਾ। ਜੇ ਇਹਨਾਂ ਨੂੰ ਖੁਦ ਇਹਨਾਂ ਨੂੰ ਨਿਸ਼ਾਨ ਸਾਹਿਬ ਦੀ ਲੋੜ ਪੈਂਦੀ ਹੈ ਤੇ ਇਹ ਸਭ ਤੋਂ ਅੱਗੇ ਲਾ ਕੇ ਆਰਮੀ ਨੂੰ ਭੇਜਦੇ ਆ ਕਿ ਤੁਸੀਂ ਨਿਸ਼ਾਨ ਸਾਹਿਬ ਲੈ ਕੇ ਚਾਈਨਾ ਦੇ ਬਾਰਡਰ ਤੇ ਪਹੁੰਚੋ। ਤੇ ਇਹ ਦੋਹੇ ਰੂਪ ਕਿਉਂ ਦਿਖਾਉਂਦੇ ਨੇ? ਦੂਜੀ ਕਮਿਊਨਿਟੀ ਜਦੋਂ ਇਹਨਾਂ ਦੀਆਂ ਗੱਲਾਂ ਇਹ ਜਦੋਂ ਆਪਦਾ, ਅਸੀਂ ਇਹ ਥੋੜ੍ਹਾ ਕਹਿ ਰਹੇ ਹਾਂ ਕਿ ਫਲੈਗ ਨੂੰ ਦੂਸਰਾ ਫਲੈਗ ਚੜਾਓ ਨਾ, ਜੋ ਜਿਹਦੀ ਸ਼ਰਧਾ ਹੈ ਉਹ ਆਪਦੀ ਪੂਰੀ ਕੀਤੀ ਜਾਵੇ, ਜਿਨ੍ਹਾਂ ਦਾ ਮਨ ਹੈ। ਜੋ ਇੰਡੀਆ ਦੇਸ਼ ਹੈ, ਸਾਡੇ ਦੇਸ਼ ਦੇ ਵਿਰੋਧ ਥੋੜ੍ਹਾ ਸਾਨੂੰ, ਅਸੀਂ ਆਪਦੀਆਂ ਮੰਗਾਂ ਨੂੰ ਲੈ ਕੇ ਬੈਠੇ ਹਾਂ। ਦੇਸ਼ ਦੇ ਵਿਰੋਧ 'ਚ ਇੱਥੇ ਕੋਈ ਗੱਲ ਨਹੀਂ ਹੁੰਦੀ। ਸਿਰਫ ਮੰਗਾਂ ਇਹ ਨੇ ਕਿ ਸਾਨੂੰ ਵਾਕਿਆ ਸਾਡੇ ਹੱਕ ਦਿੱਤੇ ਜਿਹੜੇ ਮਿਲਦੇ ਹੋਏ ਹੱਕ ਸਾਨੂੰ ਉਹ ਦਿੱਤੇ ਜਾਣ ਤਾਂ ਕਿ ਸਾਨੂੰ ਮਹਿਸੂਸ ਹੋਵੇ ਕਿ ਅਸੀਂ ਵਾਕਈ ਇਹ ਦੇਸ਼ ਦੇ ਨਾਗਰਿਕ। ਆਖਰੀ ਸਵਾਲ ਆ ਭਾਜੀ ਮੇਰਾ, ਜਿਸ ਤਰ੍ਹਾਂ ਤੁਸੀਂ ਫਲੈਗ ਦੀ ਗੱਲ ਕੀਤੀ ਆ, ਅੱਗੇ ਵੀ ਨਿਸ਼ਾਨ ਸਾਹਿਬ ਚੜਾਉਣ ਦੀ ਗੱਲ ਹੁੰਦੀ ਹੈਗੀ ਆ, ਲੋਕਾਂ ਨੂੰ ਅਪੀਲ ਕੀਤੀ ਜਾਂਦੀ ਆ, ਇਹਦੀ ਕੋਈ ਜਿਸ ਤਰ੍ਹਾਂ ਬਾਰਡਰ ਦੇ ਉੱਤੇ ਲੜਾਈ ਵੇਲੇ ਵੀ ਜਿਹੜਾ ਨਿਸ਼ਾਨ ਸਾਹਿਬ ਲਿਜਾਇਆ ਜਾਂਦਾ, ਤਾਂ ਇਹਦੀ ਕੋਈ ਕਾਨੂੰਨੀ ਪ੍ਰਤੀਕਿਰਿਆ ਵੀ ਹੈਗੀ ਜਾਂ ਸਰਕਾਰ ਦੇ ਨਾਲ ਇਹਦੇ ਸੰਬੰਧੀ ਗੱਲਬਾਤ ਵੀ ਕੀਤੀ ਜਾ ਸਕਦੀ? ਕਿਉਂਕਿ ਬਾਹਰਲੇ ਦੇਸ਼ਾਂ 'ਚ ਵੀ ਦੇਖਿਆ ਗਿਆ ਕਿ ਉਹਨਾਂ ਦੇ ਜਿਹੜੇ ਝੰਡੇ ਉਹਨਾਂ ਦੇ ਬਰਾਬਰ ਨਿਸ਼ਾਨ ਸਾਹਿਬ ਝੂਲਦਾ। ਦੇਖੋ, ਇਹ ਇਕੁਐਲਿਟੀ ਦੇਣੀ ਸਰਕਾਰ ਦੀ ਮਤਲਬ ਮਨ ਦੀ ਸ਼ਰਧਾ ਹੋਣੀ ਚਾਹੀਦੀ ਪਹਿਲੇ ਤਾਂ। ਜੇ ਸਰਕਾਰ ਚਾਹੁੰਦੀ ਆ ਕਿ ਵਾਕਈ ਇਕੁਐਲਿਟੀ ਹੈਗੀ ਆ ਤਾਂ ਕਾਨੂੰਨੀ ਤੱਕ ਤਾਂ ਇਹ ਤਾਂ ਸਮਾਨਤਾ ਤਾਂ ਸਭ ਨੂੰ ਮਿਲਣੀ ਚਾਹੀਦੀ ਹੈ। ਇਕੁਐਲਿਟੀ, ਰਾਈਟ ਟੂ ਇਕੁਐਲਿਟੀ ਤਾਂ ਸਭ ਦੇ ਸੰਵਿਧਾਨ ਦੇ ਵਿੱਚ ਵੀ ਹੈਗਾ। ਸੋ ਇਹ ਤਾਂ ਡਿਪੈਂਡ ਔਨ ਦੀ ਗਵਰਨਮੈਂਟਸ ਨੇ, ਜੋ ਮੌਜੂਦਾ ਗਵਰਨਮੈਂਟ ਨੇ, ਉਹਨਾਂ ਨੂੰ ਇਹ ਚੀਜ਼ ਦਾ, ਜੇ ਉਹਨਾਂ ਦੇ ਮਨ 'ਚ ਕੋਈ ਐਸਾ ਵਿਰੋਧ ਨਹੀਂ ਹੋਣਾ ਚਾਹੀਦਾ ਤਾਂ ਉਹਨਾਂ ਨੂੰ ਇਹਦੇ ਖਿਲਾਫ ਕੋਈ ਐਕਸ਼ਨ ਨਹੀਂ ਲੈਣਾ ਚਾਹੀਦਾ ਜੀ। ਔਰ ਇਹ ਸਗੋਂ ਇਹਨਾਂ ਨੂੰ ਇਹ ਚਾਹੀਦਾ ਕਿ ਜੇ ਵਾਕਈ ਹੀ ਚਾਹੁੰਦੇ ਨੇ, ਇਕੁਐਲਿਟੀ ਚਾਹੁੰਦੇ ਨੇ, ਤੇ ਇਹਨਾਂ ਨੂੰ ਸਾਰਿਆਂ ਨੂੰ, ਸਾਰੇ ਧਰਮਾਂ ਨੂੰ ਇੱਕ ਸਮਾਨਤਾ ਰੱਖਣਾ ਚਾਹੀਦਾ ਹੈ ਔਰ ਉਹਨਾਂ ਦੀਆਂ ਮੰਗਾਂ ਜਿਹੜੀਆਂ ਜਾਇਜ਼ ਮੰਗਾਂ ਨੇ ਉਹਨਾਂ ਨੂੰ ਪੂਰਾ ਕਰਨਾ ਚਾਹੀਦਾ ਤਾਂ ਕਿ ਲੋਕ ਰਲ ਮਿਲ ਕੇ ਰਹਿ ਸਕਣ ਇਹ ਦੇਸ਼ 'ਚ। ਇੱਕ ਭਾਈ ਸਰ ਸਵਾਲ ਹੋ ਰਿਹਾ, ਦਲ ਖਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵੀ ਬਲੈਕ ਡੇ ਮਨਾਉਣ ਦਾ ਜਿਹੜਾ ਐਲਾਨ ਕੀਤਾ ਗਿਆ ਆ, ਲੱਗਦਾ ਨਹੀਂ ਕਿ ਇਕੱਠੇ ਹੋ ਕੇ ਬਲੈਕ ਡੇ ਮਨਾਉਣਾ ਚਾਹੀਦਾ, ਜਾਂ ਫਿਰ ਜਿਹੜਾ ਆ ਉਹਨਾਂ ਨੂੰ ਤੁਸੀਂ ਅਪੀਲ ਕਰ ਰਹੇ ਹੋ ਜਾਂ ਉਹਨਾਂ ਦੇ ਸਹਿਯੋਗ ਲਈ ਉਹਨਾਂ ਨਾਲ ਕੋਈ ਮੀਟਿੰਗ ਵਗੈਰਾ ਆਰਗੇਨਾਈਜ਼ ਕਰ ਰਹੇ ਹੋ? ਦੇਖੋ, ਜਗਤਾਰ ਸਿੰਘ ਹਵਾਰਾ ਦੀ ਚਿੱਠੀ ਤੁਸੀਂ ਪੜ੍ਹੀ ਆ, ਜਦੋਂ ਬਾਪੂ ਜੀ ਨੇ ਸੁਣਾਈ ਹੈ ਤੁਸੀਂ ਸੁਣੀ ਵੀ ਆ, ਉਹਦੇ 'ਚ ਇਹ ਹਰੇਕ ਦਲ ਨੂੰ ਅਪੀਲ ਕੀਤੀ ਗਈ ਹੈ ਕਿ ਤੁਸੀਂ 15 ਅਗਸਤ ਨੂੰ ਰਲ ਮਿਲ ਕੇ ਇੱਥੇ ਪਹੁੰਚੋ। ਸਿਰ ਜੋੜਨ ਦੀ ਗੱਲ ਕਰਦੇ ਨੇ ਜਗਤਾਰ ਸਿੰਘ ਹਵਾਰਾ, ਤਾਂ ਕਿ ਜਿਹੜੀ ਆਪਸ 'ਚ ਜਿਹੜੀ ਵਿਰੋਧਤਾ ਨੇ, ਜਿਹੜੇ ਇੱਕ ਦੂਜੇ ਦੇ ਮਨਾਂ 'ਚ ਜੋ ਕੋਈ ਵੀ ਸ਼ੰਕਾ ਹੈਗੀ ਆ ਉਹਨਾਂ ਦੇ ਖਿਲਾਫ, ਇੱਕ ਦੂਜੇ ਦੇ ਖਿਲਾਫ ਹੈਗੀ, ਉਹ ਖਤਮ ਹੋਵੇ, ਨਜ਼ਦੀਕੀਆਂ ਵਧਣ, ਤਾਂ ਲੋਕ ਆਪਸ 'ਚ ਜਦੋਂ ਇਕੱਠੇ ਜੁੜ ਜਾਣਗੇ, ਸਾਰਾ ਪੰਜਾਬ ਦੇ ਜਿੰਨੀਆਂ ਆਪਣੀਆਂ ਸਿੱਖ ਜਥੇਬੰਦੀਆਂ ਨੇ ਜਾਂ ਬਾਕੀ ਨੇ, ਜਦੋਂ ਆਪਸ 'ਚ ਜੁੜ ਜਾਣਗੇ ਤਾਂ ਸਰਕਾਰਾਂ ਨੂੰ ਵੀ ਫੀਲ ਹੋਊਗਾ ਕਿ ਵਾਕਿਆ ਹੀ ਇਹ ਲੋਕ ਜੁੜ ਕੇ ਬੈਠ ਗਏ ਨੇ। ਇਹ ਵੀ ਸਰਕਾਰਾਂ ਵੀ ਉਦੋਂ ਫਾਇਦਾ ਲੈਂਦੀਆਂ ਨੇ ਜਦੋਂ ਇਹਨਾਂ ਨੂੰ ਪਤਾ ਹੈ ਕਿ ਇਹ ਸਾਰੀਆਂ ਜਿਹੜੀਆਂ ਜਥੇਬੰਦੀਆਂ ਨੇ ਵੱਖਰੀਆਂ ਵੱਖਰੀਆਂ ਵੱਡੀਆਂ ਹੋਈਆਂ ਹੈ ਔਰ ਇਹ ਆਪਣੇ ਆਪਣੇ ਲਾਭ ਲਈ ਇੱਕ ਇੱਧਰ ਉੱਧਰ ਤੁਰੀਆਂ ਫਿਰਦੀਆਂ। ਜਿੱਦਣ ਸਰਕਾਰ ਨੂੰ ਇਹ ਫੀਲ ਹੋ ਗਿਆ ਕਿ ਇਹ ਇਕੱਤਰਤਾ ਹੋ ਗਈ ਇਹਨਾਂ ਦੀ, ਇਹ ਇਕੱਠੇ ਹੋ ਗਏ ਨੇ, ਤਾਂ ਸਰਕਾਰਾਂ ਵੀ ਇਹਨਾਂ ਦੇ ਰਲ ਮਿਲ ਕੇ ਇਹਨਾਂ ਦੇ ਨਾਲ ਜੁੜ ਕੇ ਕੰਮ ਕਰਨੀ ਸ਼ੁਰੂ ਕਰਨਗੀਆਂ। ਜੀ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸੋ ਇਹ ਸ਼ਰਨ ਸਿੰਘ ਧਾਲੀਵਾਲ ਜੀ ਸਾਡੇ ਨਾਲ ਮੌਜੂਦ ਸੀਗੇ, ਜਿਨ੍ਹਾਂ ਨੇ ਜਗਤਾਰ ਸਿੰਘ ਹਵਾਰਾ ਉਹਨਾਂ ਦੀ ਚਿੱਠੀ ਦਾ ਜ਼ਿਕਰ ਕੀਤਾ ਹੈ ਤੇ ਉਹਨਾਂ ਵੱਲੋਂ ਜਿਹੜਾ ਆ ਅਪੀਲ ਕੀਤੀ ਗਈ ਆ ਕੌਮ ਨੂੰ ਕਿ ਇਕੱਠੇ ਹੋ ਕੇ ਜਿਹੜਾ ਮੋਰਚੇ ਦੇ ਵਿੱਚ ਸ਼ਮੂਲੀਅਤ ਕਰਨ। 15 ਅਗਸਤ ਨੂੰ ਜਿਹੜਾ ਮਾਰਚ ਕੀਤਾ ਜਾ ਰਿਹਾ, ਬਲੈਕ ਡੇ ਮਨਾਉਣ ਦਾ ਐਲਾਨ ਕੀਤਾ ਗਿਆ। ਸੋ ਕੈਮਰਾਮੈਨ ਅਮਰਜੀਤ ਸਿੰਘ ਦੇ ਨਾਲ ਅਮਨਦੀਪ ਸਿੰਘ ਗੜੀ, ਸਮਰੱਥ ਆਵਾਜ਼।